ਤੁਸੀਂ ਪ੍ਰਭਾਵ ਕੀ ਵੇਖਦੇ ਹੋ ਕਿਉਂਕਿ ਕਿਸਾਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਆਰਡੀਨੈਂਸ ਆ ਰਹੇ ਨੇ ਮਾਰੂ ਨੀਤੀਆਂ ਕਰਕੇ ਹੋਣਗੀਆਂ ਜੋ ਸਰਕਾਰਾਂ ਕਹਿ ਰਹੀਆਂ ਨੇ। ਉਹਦੇ 'ਚ ਇਹ ਗੱਲ ਨੂੰ ਮੈਂ ਮੰਨਦਾ ਵੀ ਜਿਹੜੀ ਉਹਨੂੰ ਫੀਸ ਦੇਣੀ ਪੈਂਦੀ ਹੈ ਉਹਦੇ ਵਿੱਚ ਇੱਕ ਫਾਰਮਰ ਦੀ ਸਿਕਿਉਰਿਟੀ ਕਿੰਨੀ ਵੱਡੀ ਹੈ। ਕੋਈ ਬੰਦਾ ਬੰਬੇ ਤੋਂ ਆ ਕੇ ਇੱਕ ਫਾਰਮਰ ਦੀ ਪ੍ਰੋਡਿਊਸ ਖਰੀਦ ਲੈ ਕੇ ਚਲੇ ਗਿਆ, ਉਹ ਕਹੂਗਾ ਪਹਿਲਾਂ ਮੇਰੇ ਕੋਲ ਉੱਪਰ ਦੀ ਕਰ ਪਹੁੰਚ ਕਰ FOR ਕਰ, ਮੈਂ ਦੇਖੂੰਗਾ ਵੀ ਠੀਕ ਹੈ ਕਿ ਨਹੀਂ ਠੀਕ ਆ। ਉਹ ਜਿਹੜਾ ਬੰਦਾ ਖਰੀਦਣੇ ਵਾਲਾ ਉਹਨੂੰ ਕੀ 10 ਰੁਪਏ ਅੱਗੇ ਦੇ ਦੂਗਾ, ਆਧਾਰੇ ਦੇ ਦੂਗਾ? ਨਹੀਂ ਦਊਗਾ। ਕਿਸਾਨ ਦੀ ਹਾਲਤ ਇੰਨੀ ਪਤਲੀ ਹੈ ਕਿ ਇਹ ਸਿਸਟਮ ਤੋਂ ਬਾਹਰ ਜਾਂਦੀ ਸਾਰੇ, ਉਹਦੇ ਕੋਲ ਅਗਲੀ ਕ੍ਰੌਪ ਬੀਜਣ ਲਈ ਵੀ ਪੈਸਾ ਨਹੀਂ। ਆੜਤੀਏ ਨੂੰ ਸਿੱਧੇ ਤੌਰ ਤੇ ਵਿਚੋਲੀਆ ਕਿਹਾ ਜਾ ਰਿਹਾ, ਕਿਵੇਂ ਦੇਖਦੇ ਹੋ? ਆੜਤੀਆ ਵਾਕਈ ਉਹਲਾ ਰੱਖਦਾ ਰਿਹਾ ਹੈ। ਅਸੀਂ ਆਪਦੀ ਸਰਵਿਸ ਦੇ ਪੈਸੇ ਲੈਂਦੇ ਹਾਂ, ਜੇ ਅਸੀਂ ਉਹਨੂੰ ਘੱਟ ਰੇਟ ਤੇ ਖਰੀਦ ਕੇ ਅੱਗੇ ਵੱਧ ਰੇਟ ਤੇ ਵੇਚੀਏ ਫਿਰ ਅਸੀਂ ਵਿਚੋਲੇ ਹਾਂ। ਫਿਰ ਐਡੀ ਵੱਡੀ ਸਿਕਿਉਰਿਟੀ ਹੈ ਜੀ, ਸਰਕਾਰ ਸਾਨੂੰ 2-2 ਮਹੀਨੇ ਪੇਮੈਂਟਾਂ ਨਹੀਂ ਕਰਦੀ, ਅਸੀਂ ਜ਼ਿਮੀਂਦਾਰ ਨੂੰ ਉਹਦੀ ਲੋੜ ਮੁਤਾਬਕ ਨਾਲ ਦੀ ਨਾਲ ਪੇਮੈਂਟ ਦਿੰਦੇ ਹਾਂ। ਬਿਹਾਰ ਮਾਡਲ ਦੀ ਦੁਹਾਈ ਪਾਈ ਜਾ ਰਹੀ ਹੈ ਕਿ ਬਿਹਾਰ ਦੇ ਵਿੱਚ ਪਹਿਲਾਂ ਕੀਤਾ ਅਸੀਂ ਉਹ ਚੀਜ਼ ਹੀ ਲਾਗੂ ਕਰ ਰਹੇ ਹਾਂ, ਜਦ ਕਿ ਹੋਣਾ ਇਹ ਚਾਹੀਦਾ ਸੀ ਕਿ ਜੋ ਮੰਡੀਕਰਨ ਜਾਂ ਜੋ ਸੁਵਿਧਾਵਾਂ ਪੰਜਾਬ ਹਰਿਆਣੇ 'ਚ ਮਿਲਦੀਆਂ ਨੇ ਬਾਕੀ ਦੇਸ਼ ਦੇ ਜਾਂ ਬਾਕੀ ਸੂਬਿਆਂ ਨੂੰ ਮਿਲਦੀਆਂ। ਜਿਹੜਾ ਬਿਹਾਰ ਪੈਟਰਨ ਦੀ ਗੱਲ ਕਰ ਰਹੇ ਨੇ, ਉਹ ਬਿਹਾਰ ਦੀ ਲੇਬਰ ਤਾਂ ਹੋਰ ਵਧ ਗਈ ਪੰਜਾਬ 'ਚ ਆਉਣ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖੇਤੀ ਆਰਡੀਨੈਂਸਾਂ ਦੀ ਗੱਲ ਕਰ ਲਈਏ ਤਾਂ ਤਾਨਾਸ਼ਾਹੀ ਰਵੱਈਆ ਵੀ ਕੇਂਦਰ ਸਰਕਾਰ ਦਾ ਕਹਿ ਸਕਦੇ ਹਾਂ, ਧੱਕੇਸ਼ਾਹੀ ਵੀ ਕਹਿ ਸਕਦੇ ਹਾਂ ਕਿ ਮਤਾ ਪੈਂਦਾ ਵੀ ਨਹੀਂ ਹੈ, ਸਹਿਮਤੀ ਜਤਾਈ ਵੀ ਨਹੀਂ ਜਾਂਦੀ, ਜਾਂ ਖਾਸ ਕਰਕੇ ਕਿਸਾਨਾਂ ਦੀ ਗੱਲ ਕਰ ਲਈ ਕਿ ਜਿਸ ਧਿਰ ਦਾ ਫੈਸਲਾ ਕਰਨਾ ਹੈ ਉਸ ਨੂੰ ਪੁੱਛਿਆ ਵੀ ਨਹੀਂ ਜਾਂਦਾ, ਪਰ ਬਿੱਲ ਨੇ ਜੋ ਲੋਕ ਸਭਾ ਰਾਜ ਸਭਾ 'ਚ ਪਾਸ ਹੋ ਜਾਂਦੇ ਨੇ। ਸੋ ਚਰਚਾ ਬਹੁਤ ਛਿੜੀ ਹੋਈ ਹੈ ਕਿ ਬਿੱਲ ਕੰਮ ਕਿਵੇਂ ਕਰਨਗੇ, ਬਿੱਲਾਂ ਦਾ ਪ੍ਰਭਾਵ ਕੀ ਪਵੇਗਾ, ਤੇ ਵੱਡੀ ਗੱਲ ਇਹ ਹੈ ਕਿ ਜੇਕਰ ਇਹਦੇ ਨਾਲ ਕਿਸਾਨ ਦੇ ਨਾਲ ਜੋ ਹੋਰ ਵਰਗ ਜੁੜਿਆ ਹੋਇਆ ਸਿੱਧੇ ਤੌਰ ਤੇ ਜੋ ਲੱਖਾਂ ਦੀ ਗਿਣਤੀ ਵਿੱਚ ਪ੍ਰਭਾਵਿਤ ਹੋਵੇਗਾ, ਲੱਖਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਹੋਵੇਗਾ, ਤਾਂ ਬਚਣਾ ਕਿਵੇਂ ਆ। ਸੋ ਇਸ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਅੱਜ ਮੇਰੇ ਨਾਲ ਮੋਹਤਬਾਰ ਕਿਸਾਨ ਨੇ, ਉਹ ਕਿਸਾਨ ਨੇ ਜੋ ਜ਼ਮੀਨਾਂ ਨਾਲ ਜੁੜੇ ਹੋਏ ਨੇ ਲੇਕਿਨ ਵੱਡੇ ਪੱਧਰ 'ਤੇ ਕੰਮ ਕਰ ਰਹੇ ਨੇ ਤੇ ਖਾਸ ਤੌਰ 'ਤੇ ਇਹਨਾਂ ਚੀਜ਼ਾਂ ਨੂੰ ਬੜੇ ਨੇੜਿਓਂ ਦੇਖਦੇ ਨੇ। ਸੋ ਦਵਿੰਦਰ ਜੀ ਮੇਰੇ ਨਾਲ ਨੇ ਇਸ ਵਕਤ, ਜੋਗਿੰਦਰ ਸਿੰਘ ਜੀ ਨੇ, ਆਲਮਦੀਪ ਜੀ ਨੇ ਤੇ ਗੁਰਪਾਲ ਜੀ ਮੇਰੇ ਨਾਲ ਨੇ ਜੋ ਇਸ ਚਰਚਾ ਦਾ ਹਿੱਸਾ ਬਣੇ ਨੇ। ਸਭ ਤੋਂ ਪਹਿਲਾਂ ਅਸੀਂ ਦਵਿੰਦਰ ਜੀ ਤੋਂ ਸ਼ੁਰੂਆਤ ਕਰਦੇ ਹਾਂ ਕਿ ਜੋ ਆਰਡੀਨੈਂਸ ਇਸ ਵਕਤ ਜਾਰੀ ਹੋ ਰਹੇ ਨੇ ਜਾਂ ਲਿਆਂਦੇ ਜਾ ਰਹੇ ਨੇ, ਧੱਕੇਸ਼ਾਹੀ ਨਾਲ ਕੀਤੇ ਜਾ ਰਹੇ ਨੇ, ਤੁਸੀਂ ਪ੍ਰਭਾਵ ਕੀ ਵੇਖਦੇ ਹੋ ਕਿਉਂਕਿ ਕਿਸਾਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਆਰਡੀਨੈਂਸ ਆ ਰਹੇ ਨੇ ਮਾਰੂ ਨੀਤੀਆਂ ਕਰਕੇ ਹੋਣਗੀਆਂ ਜੋ ਸਰਕਾਰਾਂ ਕਹਿ ਰਹੀਆਂ ਨੇ, ਸਰਕਾਰਾਂ ਦੇ ਬੋਲੀ ਕਿਤੇ ਕਿਸਾਨ ਬੋਲ ਰਿਹਾ। ਪਰ ਵੱਡਾ ਸਵਾਲ ਇਹ ਆ ਕਿ ਕਿਸਾਨ ਹਜੇ ਵੀ ਅਣਜਾਣ ਹੈ, ਕਿਸਾਨ ਨੂੰ ਚੰਗੀ ਤਰ੍ਹਾਂ ਇਹ ਨਹੀਂ ਪਤਾ ਵੀ ਉਹਦਾ ਪ੍ਰਭਾਵ ਕੀ ਪਵੇਗਾ। ਸੋ ਕਿਤੇ ਨਾ ਕਿਤੇ ਇਹ ਅਗਿਆਨਤਾ ਵੀ ਵੱਡੀ ਮਾਰੂ ਸਾਬਿਤ ਹੋ ਸਕਦੀ ਹੈ। ਸਰਕਾਰ ਜੀ, ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਰੂੰਗਾ, ਜਿਹੜੇ 3 ਆਰਡੀਨੈਂਸ ਆਏ ਨੇ ਇਹਨਾਂ ਵਿੱਚ ਜੇ ਮੈਂ ਪਹਿਲੇ ਆਰਡੀਨੈਂਸ ਦੀ ਗੱਲ ਕਰਾਂ ਜਿਹੜਾ ਕਿ AVMC ਨੂੰ ਲੈ ਕੇ ਆ ਵੀ ਸਾਡਾ ਜਿਹੜਾ ਮੰਡੀਕਰਨ ਢਾਂਚਾ ਹੈ ਵੀ ਉਹ ਤੋਂ ਬਾਹਰ ਦੇ ਵਿੱਚ ਅਸੀਂ ਇੱਕ ਚੀਜ਼ ਨੂੰ ਪ੍ਰੋਡਿਊਸ ਨੂੰ ਖਰੀਦ ਸਕਦੇ ਹਾਂ। ਉਹਦੇ 'ਚ ਇਹ ਗੱਲ ਨੂੰ ਮੈਂ ਮੰਨਦਾ ਵੀ ਜਿਹੜੀ ਉਹਨੂੰ ਫੀਸ ਦੇਣੀ ਪੈਂਦੀ ਹੈ ਉਹਦੇ ਵਿੱਚ ਇੱਕ ਫਾਰਮਰ ਦੀ ਸਿਕਿਉਰਿਟੀ ਕਿੰਨੀ ਵੱਡੀ ਹੈ। ਕੋਈ ਬੰਦਾ ਬੰਬੇ ਤੋਂ ਆ ਕੇ ਇੱਕ ਫਾਰਮਰ ਦੀ ਪ੍ਰੋਡਿਊਸ ਖਰੀਦ ਲੈ ਕੇ ਚਲੇ ਗਿਆ, ਉਹ ਕਹੂਗਾ ਪਹਿਲਾਂ ਮੇਰੇ ਕੋਲ ਉੱਪਰ ਦੀ ਕਰ ਪਹੁੰਚ ਕਰ FOR ਕਰ, ਮੈਂ ਦੇਖੂੰਗਾ ਵੀ ਠੀਕ ਆ ਕਿ ਨਹੀਂ ਠੀਕ ਆ। ਉਦੋਂ ਬਾਅਦ ਦੇ ਵਿੱਚ ਉਹਦੀ ਕੁਆਲਿਟੀ 'ਤੇ ਵੀ ਇਸ਼ੂ ਕਰੂਗਾ, ਉਹ 100 ਗੱਲਾਂ ਕਰੂਗਾ ਜਿਹਦੇ ਵਿੱਚ ਫਾਰਮਰ ਉੱਥੇ ਉਹਦੇ ਲਈ ਲੀਗਲੀ ਕੀ ਕਰਨ ਜਾਊਗਾ। ਉਸ ਤੋਂ ਅਗਲੀ ਗੱਲ ਜੇਕਰ ਕੋਈ ਉਹਦਾ ਲੀਗਲੀ ਆ ਵੀ ਜਾਂਦਾ ਇਸ਼ੂ ਤਾਂ ਉਹ SDM ਲੈਵਲ 'ਤੇ ਉੱਤੇ ਜਾ ਕੇ ਏਡੀ ਕੋਈ ਵੱਡੀ ਪੋਸਟ ਨਹੀਂ ਹੈ ਜਿੱਥੇ ਉਹਨੂੰ ਇਨਸਾਫ ਮਿਲ ਜਾਊਗਾ। ਇਹਦੇ ਨਾਲ ਜਿਹੜਾ ਐਡਾ ਵੱਡਾ ਮੰਡੀ ਬੋਰਡ ਸਟਰਕਚਰ ਹੈ ਜਿਹਦੇ ਸਾਡੇ ਪਿਓ ਦਾਦਿਆਂ ਤੋਂ 3 ਪੁਸ਼ਤਾਂ ਤੋਂ ਇੱਕ ਕਮਾਈ ਕਰਕੇ ਕਰੋੜਾਂ ਨਹੀਂ ਅਰਬਾਂ ਰੁਪਈਆ ਲੱਗ ਕੇ ਮੰਡੀ ਬੋਰਡ ਦਾ ਸਟਰਕਚਰ ਖੜਾ ਹੋਇਆ। ਇਹਦੀ ਇੱਕ ਮਿਸਾਲ ਜੇ ਦਈਏ ਦੂਜੀਆਂ ਸਟੇਟਾਂ ਵਿੱਚ ਇਹ ਇਨਫਰਾਸਟਰਕਚਰ ਨੂੰ ਲਾਗੂ ਕਰਕੇ ਉਹਨਾਂ ਨੂੰ ਵੀ ਵੱਡਾ ਕੀਤਾ ਜਾ ਸਕਦਾ ਹੈ। ਜੇ ਮੈਂ ਇੱਥੇ ਫਾਰਮ ਦੀ ਗੱਲ ਕਰਾਂ, ਮੇਰੇ ਕੋਲ ਬਿਹਾਰ ਤੋਂ ਕਾਮੇ ਨੇ, ਉਹਨਾਂ ਦੇ ਕੋਲ 11-11 12-12 ਕਿੱਲੇ ਜ਼ਮੀਨ ਹੈ। ਉਹ ਇੱਥੇ ਕਿਉਂ ਕੰਮ ਕਰਦੇ ਨੇ? ਉਹਨਾਂ ਦਾ ਮੰਡੀਕਰਨ ਨਹੀਂ ਹੈ। ਇੱਕ ਸਾਡਾ ਇਹ ਏਡਾ ਬੜਾ ਇਨਫਰਾਸਟਰਕਚਰ ਸਾਡੀ ਸਰਕਾਰ ਨੇ, ਸਾਡੇ ਕਿਸਾਨਾਂ ਨੇ, ਸਾਡੇ ਆੜਤੀ ਵਰਗ ਨੇ ਇੱਕ ਚੇਨ ਬਣਾਈ ਹੈ। ਕਿਸਾਨ ਨੂੰ ਰਾਤ ਨੂੰ ਵੀ ਪੈਸੇ ਦੀ ਲੋੜ ਪੈਂਦੀ ਹੈ, ਦਵਾਈ ਨੂੰ ਵੀ ਪੈਂਦੀ ਹੈ। ਉਹ ਜਿਹੜਾ ਬੰਦਾ ਖਰੀਦਣੇ ਵਾਲਾ ਉਹਨੂੰ ਕੀ 10 ਰੁਪਏ ਅੱਗੇ ਦੇ ਦੂਗਾ, ਆਧਾਰੇ ਦੇ ਦੂਗਾ? ਨਹੀਂ ਦਊਗਾ। ਕਿਸਾਨ ਦੀ ਹਾਲਤ ਇੰਨੀ ਪਤਲੀ ਹੈ ਕਿ ਇਹ ਸਿਸਟਮ ਤੋਂ ਬਾਹਰ ਜਾਂਦੀ ਸਾਰੇ, ਉਹਦੇ ਕੋਲ ਅਗਲੀ ਕ੍ਰੌਪ ਬੀਜਣ ਲਈ ਵੀ ਪੈਸਾ ਨਹੀਂ ਹੈ। ਬਿਲਕੁਲ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਆੜਤੀਏ ਦੇ ਨਾਲ ਜੋ ਰਿਸ਼ਤਾ ਹੈ ਨਾ ਕਿਸਾਨ ਦਾ, ਉਹ ਬੜਾ ਮੁੱਢ ਕਦੀਮੋਂ ਚੱਲਿਆ ਆ ਰਿਹਾ ਆ ਤੇ ਉਹ ਰਿਸ਼ਤਾ 9 ਮਾਸ ਦਾ ਕਿਹਾ ਜਾਂਦਾ ਹੈ। ਮੇਰੇ ਨਾਲ ਆੜਤੀਆ ਵਰਗ ਤੋਂ ਨੇ ਆਲਮ ਜੀ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਆਲਮ ਜੀ, ਕਿਵੇਂ ਦੇਖਦੇ ਹੋ? ਸਰਕਾਰ ਇਹ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਵਿਚੋਲੀਆ ਖਤਮ ਕਰਤਾ। ਇੱਕ ਤੇ ਇਹ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੀ ਵੀ ਮੰਗ ਸੀ ਕਿ ਖੁੱਲੀਆਂ ਮੰਡੀਆਂ ਹੋਣ ਜਾਂ ਜੋ ਵਿੱਚ ਓਲੇ ਵਾਲੇ ਬੈਠੇ ਨੇ ਉਹ ਖਤਮ ਕੀਤੇ ਜਾਣ। ਆੜਤੀਏ ਨੂੰ ਸਿੱਧੇ ਤੌਰ ਤੇ ਵਿਚੋਲੀਆ ਕਿਹਾ ਜਾ ਰਿਹਾ, ਕਿਵੇਂ ਦੇਖਦੇ ਹੋ? ਆੜਤੀਆ
ਵਾਕਈ ਓਲਾ ਰੱਖਦਾ ਰਿਹਾ ਹੈ? ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਵੀ ਜਿਹੜਾ ਆੜ੍ਹਤੀਆ ਉਹ ਵਿਚੋਲੀਆ ਨਹੀਂ ਹੈ। ਆੜ੍ਹਤੀਏ ਦਾ ਜਿਹੜਾ ਕੰਮ ਹੈ ਉਹ ਬਹੁਤ ਜ਼ਿਆਦਾ ਹੈ, ਜਿਹੜਾ ਕਿਸੇ ਦੀ ਨਿਗਾਹ 'ਚ ਨਹੀਂ। ਪਹਿਲਾਂ ਮੰਡੀ 'ਚ ਫਸਲ ਆਉਂਦੀ ਆ, ਅਸੀਂ ਉਹਨੂੰ ਢੇਰੀ ਕਰਾਉਂਦੇ ਆ, ਫਿਰ ਉਹਨੂੰ ਸਾਫ਼ ਕਰਾਉਂਦੇ ਆ, ਫਿਰ ਅਫਸਰਾਂ ਨੂੰ ਬੁਲਾਉਂਦੇ ਆ, ਉਹਦੀ ਬੋਲੀ ਕਰਾਉਂਦੇ ਆ, ਫਿਰ ਉਹਨੂੰ ਭਰਾ ਕੇ ਸਰਕਾਰ ਨੂੰ ਬਿੱਲ ਬਣਾ ਕੇ ਦਿੰਦੇ ਆ। ਅਸੀਂ ਆਪਦੀ ਸਰਵਿਸ ਦੇ ਪੈਸੇ ਲੈਂਦੇ ਆ। ਜੇ ਅਸੀਂ ਉਹਨੂੰ ਘੱਟ ਰੇਟ ਤੇ ਖਰੀਦ ਕੇ ਅੱਗੇ ਵੱਧ ਰੇਟ ਤੇ ਵੇਚੀਏ ਫਿਰ ਅਸੀਂ ਵਿਚੋਲੇ ਆ। ਅਸੀਂ ਵਿਚੋਲੇ ਨਹੀਂ, ਅਸੀਂ ਇੱਕ ਸਰਵਿਸ ਦਿੰਦੇ ਆ, ਉਹ ਸਰਵਿਸ ਦੇ ਪੈਸੇ ਲੈਂਦੇ ਆ ਜ਼ਿਮੀਂਦਾਰ ਤੋਂ। ਉਹ ਦਿੰਦੀ ਆ ਸਾਨੂੰ ਜਿਹੜੀ ਖਰੀਦਦਾਰ ਏਜੰਸੀ ਹੈ, ਚਾਹੇ ਉਹ ਸਰਕਾਰ ਹੈ ਚਾਹੇ ਉਹ ਪ੍ਰਾਈਵੇਟ ਹੈ। ਫਿਰ ਐਡੀ ਵੱਡੀ ਸਿਕਿਉਰਿਟੀ ਹੈ ਜੀ, ਸਰਕਾਰ ਸਾਨੂੰ 2-2 ਮਹੀਨੇ ਪੇਮੈਂਟਾਂ ਨਹੀਂ ਕਰਦੀ। ਅਸੀਂ ਜ਼ਿਮੀਂਦਾਰ ਨੂੰ ਉਹਦੀ ਲੋੜ ਮੁਤਾਬਕ ਨਾਲ ਦੀ ਨਾਲ ਪੇਮੈਂਟ ਦਿੰਦੇ ਆ। ਜ਼ਿਮੀਂਦਾਰ ਦਾ ਇੱਕ ਜਿਹੜਾ ਆੜ੍ਹਤੀ ਆ ਉਹ ATM ਹੈ। ਸਰਕਾਰ ਨੇ ATM ਹੁਣ ਜਾਰੀ ਕਰੇ ਨੇ 4-5 ਸਾਲਾਂ ਤੋਂ। ਜਿਹੜਾ ਆੜ੍ਹਤੀ ਆ ਉਹ ਤਾਂ ਜ਼ਿਮੀਂਦਾਰ ਦਾ ATM ਆ, ਚਾਹੇ ਰਾਤ ਨੂੰ ਪੈਸੇ ਲੈ ਲੇ। ਹਸਪਤਾਲਾਂ ਸਾਤੋਂ ਪੈਸੇ ਮੰਗਾ ਲੈਂਦੇ ਨੇ, ਕਿਸੇ ਨੇ ਟਾਇਰ ਪਾਉਣੇ ਨੇ, ਕਿਸੇ ਨੇ ਕੁਛ ਕਰਨਾ ਹੈ। ਰਾਤ ਨੂੰ ਕੋਈ ਐਤਵਾਰ ਨਹੀਂ, ਕੋਈ ਛੁੱਟੀ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ। ਇਹ ਇੱਕ ਬਹੁਤ ਵਧੀਆ ਸਿਸਟਮ ਚੱਲਦਾ ਹੈ। ਇਹਨੂੰ ਤਾਂ ਅਡਾਪਟ ਹੋਰ ਸੂਬਿਆਂ ਨੂੰ ਕਰਨਾ ਚਾਹੀਦਾ, ਪਰ ਸਾਡੀ ਇਹ ਮਾੜੀ ਕਿਸਮਤ ਹੈ ਵੀ ਸਾਡੇ ਜਿਹੜੇ ਹਾਕਮ ਨੇ ਉਹ ਇਹਨੂੰ ਤੋੜ ਕੇ ਰਾਜੀ ਨੇ। ਤੋੜ ਕੇ ਰਾਜੀ ਨੇ। ਜੋਗਿੰਦਰ ਜੀ, ਤੁਹਾਡੇ ਤੋਂ ਜਵਾਬ ਲਵਾਂਗੇ ਕਿ ਬਿਹਾਰ ਮਾਡਲ ਦੀ ਦੁਹਾਈ ਪਾਈ ਜਾ ਰਹੀ ਹੈ ਕਿ ਬਿਹਾਰ ਦੇ ਵਿੱਚ ਪਹਿਲਾਂ ਕੀਤਾ, ਅਸੀਂ ਉਹ ਚੀਜ਼ ਹੀ ਲਾਗੂ ਕਰ ਰਹੇ ਹਾਂ, ਜਦ ਕਿ ਹੋਣਾ ਇਹ ਚਾਹੀਦਾ ਸੀ ਕਿ ਜੋ ਮੰਡੀਕਰਨ ਜਾਂ ਜੋ ਸੁਵਿਧਾਵਾਂ ਪੰਜਾਬ ਹਰਿਆਣੇ 'ਚ ਮਿਲਦੀਆਂ ਨੇ ਬਾਕੀ ਦੇਸ਼ ਦੇ ਜਾਂ ਬਾਕੀ ਸੂਬਿਆਂ ਨੂੰ ਮਿਲਦੀਆਂ। ਦੇਖੋ, ਅੱਜ ਸਾਡਾ ਜਿਹੜਾ ਪੰਜਾਬ ਦਾ ਤੇ ਹਰਿਆਣਾ ਦਾ ਮੰਡੀਕਰਨ ਢਾਂਚਾ ਹੈ, ਇਹ ਦੁਨੀਆ ਦਾ ਬਿਹਤਰੀਨ ਮੰਡੀਕਰਨ ਢਾਂਚਾ ਹੈ। ਅਸੀਂ ਤਕਰੀਬਨ 22,000 ਕਰੋੜ ਰੁਪਏ ਮੰਡੀਆਂ 'ਤੇ ਇਨਵੈਸਟ ਕੀਤਾ ਹੋਇਆ ਹੈ, ਜਿਹਦੇ ਵਿੱਚ ਅਸੀਂ ਦਫ਼ਤਰ ਬਣਾਏ ਨੇ, ਫੜ ਬਣਾਏ ਨੇ, ਸ਼ੈੱਡ ਬਣਾਏ ਨੇ, ਦੁਕਾਨਾਂ ਅਲਾਟਮੈਂਟ ਕੀਤੀਆਂ ਨੇ, ਸੀਵਰੇਜ ਪਾਏ ਨੇ। ਸਾਰੀ ਫੈਸਿਲਿਟੀ ਅਸੀਂ ਉੱਥੇ ਆੜ੍ਹਤੀ ਵਰਗ ਨੂੰ ਤੇ ਕਿਸਾਨ ਵਰਗ ਨੂੰ ਦਿੱਤੀ ਹੈ। ਕਿਸਾਨਾਂ ਨੂੰ ਰੈਸਟ ਹਾਊਸ ਵੀ ਬਣਾ ਕੇ ਦਿੱਤੇ ਨੇ ਰਹਿਣ ਵਾਸਤੇ ਵੇਲੇ ਕੁ ਵੇਲੇ। ਔਰ ਉਸ ਤੋਂ ਬਾਅਦ ਜਿਹੜਾ ਬਿਹਾਰ ਪੈਟਰਨ ਦੀ ਗੱਲ ਕਰ ਰਹੇ ਨੇ, ਉਹ ਬਿਹਾਰ ਦੀ ਲੇਬਰ ਤਾਂ ਹੋਰ ਵਧ ਗਈ ਪੰਜਾਬ 'ਚ ਆਉਣ ਨੂੰ। ਆ ਲੋਕਡਾਊਨ ਰਿਹਾ, ਸਾਨੂੰ ਉੱਥੋਂ ਫੋਨ ਆਉਂਦੇ ਰਹੇ ਕਿ ਸਾਨੂੰ ਕੱਢੋ ਜੀ ਕਿਸੇ ਤਰੀਕੇ ਨਾਲ, ਸਾਡੇ ਰੁਜ਼ਗਾਰ 'ਤੇ ਅਸੀਂ ਬੜੇ ਔਖੇ ਹਾਂ, ਅਸੀਂ ਤਾਂ ਸਾਨੂੰ ਰੋਟੀ ਮਿਲ ਰਹੀ ਉਰੇ। ਫਿਰ ਉਹ ਬਿਹਾਰ 'ਚ ਕਾਮਯਾਬ ਕਿਉਂ ਨਹੀਂ ਹੋਇਆ ਜੀ? ਸਰਕਾਰ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੀ ਆ। ਅੱਖਾਂ 'ਚ ਘੱਟਾ ਪਾ ਕੇ ਸਿਰਫ ਮਤਲਬ ਇੱਕ ਡਰਾਮਾ ਕਰ ਰਹੀ ਹੈ, ਬਹਾਨਾ ਬਣਾ ਕੇ। ਅਸਲ ਵਿੱਚ ਗੱਲ ਇਹ ਹੈ ਕਿ ਸਰਕਾਰ ਕੁਝ ਚੰਦ ਘਰਾਣਿਆਂ ਨੂੰ ਅੱਗੇ ਲਿਆ ਕੇ ਆਪਣਾ ਬੈਨੀਫਿਟ ਲੈਣਾ ਚਾਹੁੰਦੀ ਆ, ਕਿਉਂਕਿ ਸਰਕਾਰ ਦਾ ਇੱਕੋ ਮਕਸਦ ਹੈ ਕਿ ਅਸੀਂ ਪੈਸੇ ਇਹਨਾਂ ਲੋਕਾਂ ਨੂੰ ਕਮਾ ਕੇ ਦੇਣੇ ਨੇ। ਇਹਨਾਂ ਨੇ ਸਾਡੀਆਂ ਸਰਕਾਰਾਂ ਕਾਇਮ ਰੱਖਣੀਆਂ ਨੇ, ਅਸੀਂ ਪੈਸੇ ਵੰਡ ਕੇ ਲੋਕਾਂ ਦੇ ਵੋਟ ਬੈਂਕ ਖਰੀਦਣਾ। ਹੋਰ ਉਹਦਾ ਕੋਈ ਮਤਲਬ ਨਹੀਂ ਹੈਗਾ। ਔਰ ਇਹਦੇ ਨਾਲ ਇੱਕ ਏਡੀ ਵੱਡੀ ਬੇਰੁਜ਼ਗਾਰੀ ਪੈਦਾ ਹੋਣੀ ਹੈ। ਸਾਡੇ ਕੋਲ ਇੱਕ ਬੇਰੁਜ਼ਗਾਰਾਂ ਦੀ ਫੌਜ ਖੜੀ ਹੋ ਜਾਣੀ ਆ, ਕਿਉਂਕਿ ਦੇਖੋ ਸਾਡਾ ਆੜ੍ਹਤੀ ਵਰਗ ਬੇਕਾਰ ਹੋ ਜਾਣਾ, ਟਰਾਂਸਪੋਰਟਰ ਬੇਕਾਰ ਹੋ ਜਾਣੇ ਨੇ, ਮੁਨੀਮ ਸਾਡੇ ਵਿਹਲੇ ਹੋ ਜਾਣੇ ਨੇ, ਜਿੰਨੀ ਸਾਡੀ ਉੱਥੇ ਲੇਬਰ ਵਰਗ ਹੈਗਾ ਪੱਲੇਦਾਰ ਵਗੈਰਾ ਉਹ ਸਾਰੇ ਵਿਹਲੇ ਹੋ ਜਾਣੇ ਨੇ। ਸਭ ਤੋਂ ਵੱਡੀ ਗੱਲ, ਕਿਸਾਨ ਦਾ ਜਿਹੜਾ 9 ਮਾਸ ਦਾ ਰਿਸ਼ਤਾ ਸਦੀਆਂ ਤੋਂ ਚੱਲਿਆ ਆ ਰਿਹਾ, ਉਹ ਸਾਰਾ ਤਹਿਸ ਨਹਿਸ ਹੋ ਜਾਣਾ। ਅੱਜ ਸਰਕਾਰ ਜਦੋਂ ਵੀ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਫਾਰਮਰ ਸੈਕਟਰ ਦੇ ਵਿੱਚ, ਤਾਂ ਸਰਕਾਰ ਕੋਲ ਇੱਕੋ ਬਹਾਨਾ ਹੈ ਕਿ ਇਹਦੀ ਲੋਨ ਵਧਾ ਦਿਓ ਜੀ। ਇਹਨਾਂ ਦੀ ਕੀ ਲੋਨ ਵਧਾਉਣਾ ਸਰਕਾਰ ਦਾ ਕਿਸਾਨਾਂ ਨੂੰ ਉੱਪਰ ਚੱਕਣ ਵਾਲਾ ਮੁੱਦਾ ਹੈ। ਲੋਨ ਵਧਾ ਕੇ ਤਾਂ ਕਿਸਾਨ ਨੂੰ ਹੋਰ ਕਰਜ਼ਾਈ ਕੀਤਾ ਜਾਂਦਾ। ਪਿਛਲਾ ਤਾਂ ਮੁੜ ਨਹੀਂ ਰਿਹਾ, ਅੱਗੇ ਉਹਨੂੰ ਅਸੀਂ ਹੋਰ ਬਾਉਂਡ ਕਰ ਲਿਆ। ਅੱਜ ਸਾਡੀ ਇਹ ਹਾਲਤ ਹੋ ਗਈ ਕਿਸਾਨ ਦੀ ਕਿ ਕਿਸਾਨ ਜੇ ਕੋਈ ਝੋਨਾ ਵੱਢਦਾ ਨਾ, ਤਾਂ ਉਹ ਜਾ ਕੇ ਪਹਿਲਾਂ ਆੜ੍ਹਤੀ ਤੋਂ ਪੈਸੇ ਲੈ ਕੇ ਆਉਂਦਾ ਕਿ ਜੀ ਮੈਨੂੰ ਇੱਕ ਡਰਮ ਡੀਜ਼ਲ ਦਾ ਲੈਣਾ, ਮੈਂ ਉਹਦੇ ਬਾਅਦ ਖੇਤ ਵਾਹੁਣੇ ਆ, ਮੈਨੂੰ ਕੋਈ ਪੈਸੇ ਨਹੀਂ। ਉਸ ਤੋਂ ਬਾਅਦ ਫਸਲ ਮੰਡੀ 'ਚ ਪਹੁੰਚਦੀ ਹੈ। ਰਾਤ ਬਰਾਤ ਜਦੋਂ ਵੀ ਕੋਈ ਕਿਸਾਨ ਨੂੰ ਲੋੜ ਪੈਂਦੀ ਹੈ, ਚਾਹੇ ਬੱਚਾ ਬਿਮਾਰ ਹੁੰਦਾ, ਚਾਹੇ ਉਹਨੂੰ ਕੋਈ ਐਮਰਜੈਂਸੀ ਆ ਗਈ, ਉਹਦੀ ਲੜਕੀ ਦੀ ਸ਼ਾਦੀ ਹੈ, ਅਸੀਂ ਉਦੋਂ ਵੀ ਜਾ ਕੇ ਆੜ੍ਹਤੀ ਦੀ ਬਾਂਹ ਫੜਦੇ ਹਾਂ ਕਿ ਭਰਾ ਮੇਰੇ ਮੈਨੂੰ ਪ੍ਰੋਬਲਮ ਆ ਗਈ, ਮੈਨੂੰ 2-4 ਲੱਖ ਦੀ ਮਦਦ ਦੇ ਦੇ, ਉਹ ਦੇ ਦਿੰਦਾ। ਸੋ ਇਸ ਕਰਕੇ ਇਹ ਦੂਜੀ ਗੱਲ ਜਿਹੜਾ ਇਸ ਮਦਦ ਦੇ ਵਿੱਚ ਉਹਨੇ ਪਾਇਆ ਹੈਗਾ ਇੱਕ ਕਿ ਤੁਸੀਂ ਜਿਸ ਤਰ੍ਹਾਂ ਵੀਰ ਦਵਿੰਦਰ ਨੇ ਦੱਸਿਆ ਸੀਗਾ ਕਿ SDM ਕੋਲ ਜਾ ਸਕਦੇ ਹੋ, DC ਕੋਲ ਜਾ ਸਕਦੇ ਹੋ। ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿ ਸਾਡੇ ਕੋਲ 75% ਤੋਂ ਵੱਧ ਫਾਰਮਰ ਨੇ ਜਿਹੜੇ ਉਹ 5 ਏਕੜ ਤੋਂ ਥੱਲੇ ਵਾਲੇ ਨੇ। ਸਾਡਾ ਛੋਟਾ ਫਾਰਮਰ ਜਦੋਂ SDM ਦਫ਼ਤਰ 'ਚ ਬੈਠਾ ਹੋਊਗਾ, ਇੱਕ ਵਿਚਾਰਾ ਪਰਨਾ ਬੰਨ੍ਹ ਕੇ ਪਾਟੇ ਕੱਪੜੇ ਪਾ ਕੇ, ਉੱਥੇ ਕਾਰਪੋਰੇਟ ਘਰਾਣੇ ਦਾ ਆਉਂਦਾ MD, ਕੀ ਉੱਥੇ ਉਹਦੀ ਸੁਣਵਾਈ ਹੋਊਗੀ? ਜਾਂ ਕਿੰਨੇ ਕੁ ਤਹਿਸੀਲਦਾਰਾਂ ਕਿੰਨੇ ਕੁ SDM ਕੋਲ ਬੇਲ ਹੈ ਕਿ 2-2 ਏਕੜ ਦੇ ਕਿਸਾਨਾਂ ਦੇ ਪਿੰਡਾਂ ਜਾ ਕੇ ਮਸਲੇ ਹੱਲ ਕਰਦਾ ਰਹੂਗਾ? ਫਿਰ ਸਭ ਤੋਂ ਵੱਡੀ ਗੱਲ, ਉਹਦੇ ਕੋਲ ਅਧਿਕਾਰ ਹੈ ਨਹੀਂ ਹੱਲ ਕਰਨ ਦਾ। ਸਿਰਫ ਉਹ ਇੱਕ ਡਿਸਪਿਊਟ ਕਮੇਟੀ ਕ੍ਰੀਏਟ ਕਰ ਸਕਦਾ। ਉਹ ਜਿਹੜੀ ਡਿਸਪਿਊਟ ਕਮੇਟੀ ਹੈ ਉਹ ਮੌਕੇ ਸਰਕਾਰ ਦੀ ਹੋਊਗੀ। ਸਰਕਾਰ ਫਿਰ ਆਪਣੇ ਵਿਰੋਧੀਆਂ ਨੂੰ ਘਸਾਊਗੀ। ਇਹ ਇੱਕ ਹੋਰ ਨਵਾਂ ਸਰਕਾਰ ਨੇ ਪੰਗਾ ਖੜਾ ਕਰ ਦੇਣਾ। ਸਾਡੇ ਸਭ ਤੋਂ ਵੱਡਾ ਮਸਲਾ ਲਾ ਐਂਡ ਆਰਡਰ ਦਾ ਪੈਦਾ ਹੋ ਜਾਣਾ ਇੱਥੇ, ਜਦੋਂ ਲੋਕਾਂ ਨੇ ਬੇਰੁਜ਼ਗਾਰ ਹੋਣਾ ਨਾ, ਕਿਉਂਕਿ ਅਸੀਂ ਤਾਂ ਲੋਕਾਂ ਨੂੰ ਪਹਿਲੇ ਰੁਜ਼ਗਾਰ ਨਹੀਂ ਦੇ ਸਕੇ। ਪਾਪੂਲੇਸ਼ਨ ਸਾਡੀ ਇੰਨੀ ਜ਼ਿਆਦਾ ਆ, ਅੱਜ ਵੀ ਲੋਕ ਸਾਡੇ ਪ੍ਰਵਾਸ ਕਰ ਰਹੇ ਨੇ। ਸਾਡੇ ਲੋਕਲ ਸਟੇਟਾਂ ਦੇ ਪ੍ਰਵਾਸ ਚੱਲਦੇ ਆ, ਉੱਧਰ ਪੰਜਾਬ ਦੀ ਪ੍ਰਵਾਸ ਬਾਹਰ ਨੂੰ ਤੁਰੀ ਹੋਈ ਆ। ਇਹ ਸਾਰਾ ਸਿਸਟਮ ਤਹਿਸ ਨਹਿਸ ਹੋ ਜਾਣਾ। ਇਸ ਕਰਕੇ ਸਰਕਾਰ ਨੂੰ ਇਹ ਭੁਲੇਖਾ ਬਹੁਤ ਵੱਡਾ। ਉਹ ਹਾਲੇ ਅੰਧੇਰੇ 'ਚ ਹਵਾ 'ਚ ਲਾਠੀਆਂ ਮਾਰ ਰਹੇ ਨੇ, ਪਰ ਇਹਦਾ ਬਹੁਤ ਵੱਡਾ ਮਾੜਾ ਰਿਜ਼ਲਟ ਨਿਕਲਣਾ। ਤੁਹਾਡੇ ਕੋਲ ਜਾਣਨਾ ਚਾਹਾਂਗੇ, ਇਹਨਾਂ ਦਾ ਕਹਿਣਾ ਸੀ ਪ੍ਰਵਾਸ। ਜੇਕਰ ਅਸੀਂ ਆਰਡੀਨੈਂਸ ਦੀ ਪਰਿਭਾਸ਼ਾ ਜੋ ਸਰਕਾਰ ਭੂਮਿਕਾ ਬਣਦੀ ਉਹਦੇ ਵੇਖ ਲਈਏ ਨਾ, ਉਹ ਕਹਿੰਦੇ ਨੇ ਵੀ
ਖੇਤੀ ਕਰਨ ਵਾਲੇ ਬੰਦੇ ਨੂੰ ਅਸੀਂ ਵਪਾਰੀਆਂ ਦੇ ਮੁਕਾਬਲੇ 'ਚ ਖੜਾ ਕਰਨਾ ਆ। ਅਸਲ ਦੇ ਵਿੱਚ ਪੇਂਡੂ ਖੇਤਰ 'ਚ ਵਿਕਾਸ ਨਹੀਂ ਹੈਗਾ, ਸ਼ਹਿਰੀ ਖੇਤਰ ਵੱਲ ਲੈ ਕੇ ਜਾਣਾ। ਪਰ ਜੇਕਰ ਆ 6 ਮਹੀਨੇ ਜੇ ਲੋਕਡਾਊਨ ਦੀ ਗੱਲ ਕਰ ਲਈਏ ਤਾਂ ਜਿਹੜਾ ਪੇਂਡੂ ਬੰਦਾ ਸ਼ਹਿਰ 'ਚ ਆਇਆ ਸੀ ਉਹ 2 ਦਿਨ ਵੀ ਨਹੀਂ ਕੱਟ ਸਕਿਆ, ਉਹ ਤਾਂ ਵਾਪਸ ਪ੍ਰਵਾਸ ਹੋ ਗਿਆ। ਜਿਹੜਾ ਇਹ ਆਪਣਾ ਆਰਡੀਨੈਂਸ ਜੋ ਵੀ ਹੈਗਾ ਇਹ ਆਮ ਤੁਸੀਂ ਦੇਖ ਲਿਓ, ਜੇ ਕਿਤੇ ਲਾਗੂ ਹੋ ਗਿਆ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਮਾੜਾ ਅਸਰ ਪੈਣਾ। ਹੁਣ ਜਿਵੇਂ ਇਹ ਕਹਿੰਦੇ ਨੇ ਵੀ ਅਸੀਂ ਮੰਡੀ ਬੋਰਡ ਤੋੜਨਾ, ਮੰਡੀ ਬੋਰਡ ਤੋੜ ਕੇ ਜਿਹੜੇ ਪ੍ਰਾਈਵੇਟ ਘਰਾਣਿਆਂ ਨੇ ਆਉਣਾ ਇੱਥੇ, ਉਹਨਾਂ ਨੇ ਆ ਕੇ ਪਹਿਲਾਂ ਸਾਨੂੰ ਲਾਲਚ ਦੇਣਾ ਵੀ ਅਸੀਂ 100 ਰੁਪਏ 50 ਰੁਪਏ ਫਸਲ ਵੱਧ ਦੇ ਕੇ ਫਸਲ ਦਾ ਰੇਟ ਵੱਧ ਦੇ ਕੇ ਜ਼ਿਮੀਂਦਾਰਾਂ ਨੂੰ ਆਪਦੇ ਮਗਰ ਲਾਉਣ ਦੀ ਕੋਸ਼ਿਸ਼ ਕਰਨੀ ਆ। ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਇਹ ਚਾਹੀਦਾ ਵੀ ਮਗਰ ਨਹੀਂ ਲੱਗਣਾ ਚਾਹੀਦਾ, ਜਿਵੇਂ ਮੰਡੀ ਬੋਰਡ ਚੱਲਦਾ ਉਹ ਸਿਸਟਮ ਚੱਲਦਾ ਉਹ ਚਲਾਉਣਾ ਚਾਹੀਦਾ। ਤੇ ਜ਼ਿਮੀਂਦਾਰਾਂ ਨੂੰ ਇਹ ਜਿੰਨਾ ਇਹਦਾ ਖਰੀਦਦਾਰ ਜਿਹੜਾ ਉਹ ਮੰਡੀ ਬੋਰਡ ਨੂੰ ਆਪਦੀ ਦਿੰਦਾ, ਜਿਹੜਾ ਵੀ ਹੈਗਾ ਜ਼ਿਮੀਂਦਾਰ ਦਾ ਕੁਝ ਨਹੀਂ ਕੱਟਿਆ ਜਾਂਦਾ, ਜ਼ਿਮੀਂਦਾਰ ਦੀ ਇੱਕ ਲਹਾਈ ਔਰ ਸਫਾਈ ਉਹ ਘੱਟ ਹੁੰਦੀ ਆ। ਤੇ ਜਿਹੜਾ ਉਹ ਪੈਸਾ ਮੰਡੀ ਬੋਰਡ ਦਾ ਉਹਦੇ ਨਾਲ ਵਿਕਾਸ ਹੋ ਰਿਹਾ। ਜੇ ਇਹ ਕੰਮ ਬੰਦ ਹੁੰਦਾ ਤਾਂ ਤੁਸੀਂ ਇਹ ਦੇਖ ਲਓ ਵੀ ਜ਼ਿਮੀਂਦਾਰ ਦੇ ਨਾਲ ਜਿੰਨੇ ਵੀ ਜੁੜੇ ਹੋਏ ਨੇ, ਜਿਵੇਂ ਮੰਨ ਲਓ ਵੀ ਆਹ ਟਰੈਕਟਰ ਨੇ ਸਾਡੇ, ਜਾਂ ਮੰਨ ਲਓ ਛੋਟੀਆਂ ਵਰਕਸ਼ਾਪਾਂ ਨੇ, ਅਸੀਂ ਪਿੰਡਾਂ 'ਚ ਕੰਮ ਕਰਵਾ ਲੈਂਦੇ ਹਾਂ, ਕੋਈ ਚੀਜ਼ ਵੀ ਅਸੀਂ ਕਰਵਾ ਲੈਂਦੇ ਹਾਂ, ਉਹ ਸਾਰਾ ਜੇ ਇਹ ਸਿਸਟਮ ਹੋ ਗਿਆ, ਇਹਨਾਂ ਨੇ ਬੜੇ ਟਰੈਕਟਰ ਲਿਆਉਣੇ ਨੇ, ਜ਼ਮੀਨਾਂ ਜ਼ਿਮੀਂਦਾਰਾਂ ਤੋਂ ਲੈ ਲੈਣੀਆਂ ਨੇ, ਜ਼ਿਮੀਂਦਾਰਾਂ ਨੂੰ ਕਹਿਣਾ ਸੀ ਖੇਤੀ ਆਪਦਾ ਕੰਮ ਕਰੋ। ਜ਼ਿਮੀਂਦਾਰ ਤਾਂ ਪਹਿਲਾਂ ਹੀ ਟੁੱਟਿਆ ਹੋਇਆ, ਉਹ ਕੀ ਕਰੂਗਾ? 2 ਕਿੱਲਿਆਂ ਵਾਲੇ ਵਿਚਾਰੇ 4 ਕਿੱਲਿਆਂ ਵਾਲੇ, ਜਿਵੇਂ ਜੋਗਿੰਦਰ ਜੀ ਨੇ ਕਿਹਾ ਵੀ SDM ਨੇ ਉਹਨਾਂ ਦੀ ਪੁਕਾਰ ਸੁਣਨੀ ਉਹ ਨਹੀਂ ਹੈਗੀ। ਬਿਲਕੁਲ ਸਹੀ ਗੱਲ ਆ, ਸਾਡੀ ਕਿਹਨੇ ਪੁਕਾਰ ਸੁਣਨੀ ਆ? ਇੱਥੇ ਬੜਿਆਂ ਬੰਦਿਆਂ ਦੀ ਸੁਣਨੀ ਆ। ਤੇ ਇਹਦੇ ਨਾਲ ਜਿੰਨੇ ਵੀ ਖੇਤੀ ਨਾਲ ਧੰਦੇ ਜੁੜੇ ਹੋਏ ਨੇ, ਜਿਹੜਾ ਵੀ ਮੇਰਾ ਵੀਰ ਜੁੜਿਆ ਹੈ, ਮੈਂ ਵਰਕਸ਼ਾਪਾਂ ਵਾਲੇ ਨੇ, ਆਹ ਮਸ਼ੀਨਾਂ ਬਣਾਉਂਦੇ ਨੇ, ਕੰਬਾਈਨਾਂ ਨੇ, ਜਾਂ ਹੋਰ ਲਾ ਲਓ ਛੋਟੇ ਟਰੈਕਟਰ ਨੇ, ਸਭ ਇਹ ਕਵਾੜ 'ਚ ਜਾਣੇ ਨੇ। ਲੱਖ ਰੁਪਈਆ ਵੀ 50 ਹਜ਼ਾਰ ਨੂੰ ਕਿਸੇ ਨੇ ਕੋਈ ਚੀਜ਼ ਨਹੀਂ ਪੁੱਛਣੀ ਹੈਗੀ। ਇਹਨਾਂ ਨੇ ਆਪਦੇ ਬੜੇ ਟਰੈਕਟਰ ਲਿਆਉਣੇ ਨੇ, ਬੜੇ ਵੱਟਾਂ ਪਾ ਕੇ ਬੜੇ ਫਾਰਮ ਬਣਾ ਦੇਣੇ ਨੇ। ਉੱਥੇ ਕਿ ਪਹਿਲੇ ਹੀ ਮਜ਼ਦੂਰ ਤਾਂ ਵਾਧੂ ਫਿਰਦੇ ਨੇ। ਬਿਹਾਰ ਵਾਲੇ ਕਿੰਨੇ ਮਜ਼ਦੂਰ ਨੇ ਇੱਥੇ ਆਏ ਹੋਏ ਨੇ। ਜੇ ਬਿਹਾਰ ਦੇ ਵਿੱਚ ਇਹ ਸਕੀਮ ਕਾਮਯਾਬ ਹੋਈ ਹੁੰਦੀ ਤਾਂ ਬਿਹਾਰ ਵਾਲੇ ਤਾਂ ਸਾਡੇ ਕੋਲ ਵੀਰ ਸਾਡੇ ਕੋਲ ਕਿਉਂ ਆਉਂਦੇ, ਸਾਡੇ ਕੋਲ ਲੇਬਰ ਕਿਉਂ ਕਰਦੇ? 10 ਜਦ ਅਸੀਂ ਪੁੱਛਦੇ ਹਾਂ ਜ਼ਿਮੀਂਦਾਰ ਬਿਹਾਰ ਵਾਲੇ ਬੰਦੇ ਨੂੰ, ਤੇਰੇ ਕੋਲ ਕਿੰਨੀ ਜ਼ਮੀਨ ਆ? ਕਹਿੰਦਾ 10 ਕਿੱਲੇ ਨੇ, 12 ਕਿੱਲੇ ਨੇ, 15 ਕਿੱਲੇ ਨੇ। ਵੀ ਉਹ ਸਾਡੇ ਕੋਲ ਆ ਕੇ ਲੇਬਰ ਕਰਦੇ ਨੇ। ਅਸੀਂ ਆਪ ਦਾ ਢਿੱਡ ਚਲਾ ਰਹੇ ਸੀਗੇ, 2-4 ਕਿੱਲਿਆਂ ਨਾਲ 5 ਕਿੱਲਿਆਂ ਢਿੱਡ ਚਲਾ ਰਹੇ ਹਾਂ। ਵੀ ਅਸੀਂ ਜੇ ਸਾਡੇ ਇਹ ਢਿੱਡ 'ਚ ਲੱਤ ਮਾਰਨੇ ਵਾਲੀ ਗੱਲ ਆ, ਜਦ ਬਿਹਾਰ ਵਾਲੇ ਸਾਡੇ ਕੋਲ ਲੇਬਰ ਕਰਦੇ ਨੇ, ਅਸੀਂ ਆਪ ਦਾ ਕੰਮ ਛੱਡ ਕੇ ਇਹਨਾਂ ਕੋਲ ਲੇਬਰ ਕਰਾਂਗੇ, ਕਿੰਨੇ ਬੰਦੇ ਵਿਹਲੇ ਹੋਣਗੇ? ਮੈਂ ਤਾਂ ਇਹ ਗੱਲ ਨੂੰ ਚੰਗਾ ਨਹੀਂ ਸਮਝਿਆ, ਨਾ ਮੈਂ ਇਹ ਗੱਲ ਦੀ ਸਪੋਰਟ ਕਰਦਾ। ਵੀ ਮੈਂ ਤਾਂ ਕਹਿੰਦਾ ਬਹੁਤ ਮਾੜਾ ਸਰਕਾਰ ਜਿਹੜਾ ਬਿੱਲ ਲਿਆ ਰਹੀ ਹੈ, ਜ਼ਿਮੀਂਦਾਰ ਲਈ ਬਹੁਤ ਜ਼ਿਆਦਾ ਮਾੜਾ ਹੈ ਜੀ। ਤੁਹਾਡੇ ਕੋਲ ਜਾਣਨਾ ਚਾਹਾਂਗੇ ਵੀ MSP ਬਰਕਰਾਰ ਰਹੂਗੀ, ਸਰਕਾਰੀ ਖਰੀਦ ਦੀ ਗੱਲ ਹੁੰਦੀ ਆ, ਮੰਡੀਕਰਨ ਜਿਹੜਾ ਨਹੀਂ ਟੁੱਟੂਗਾ, ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਪ੍ਰਧਾਨ ਮੰਤਰੀ ਵੱਲੋਂ ਵਰਬਲੀ ਇਹ ਜਵਾਬ ਆ ਰਹੇ ਨੇ। MSP ਤਾਂ ਹੁਣ ਵੀ ਹੈ। ਜੇ ਅਸੀਂ ਇੱਕ ਦੇਸ਼ ਇੱਕ ਮੰਡੀ ਦੀ ਗੱਲ ਕਰ ਲਈ ਤਾਂ ਉਹ ਹੁਣ ਵੀ ਆ। ਜਾਖੜ ਜੀ ਦਾ ਬਿਆਨ ਦੀ ਸੁਨੀਲ ਜਾਖੜ ਦੀ ਗੱਲ ਕਰ ਲਈ ਕਿ ਹਜੇ ਵੀ ਰਾਜਸਥਾਨ ਦੀ ਕਣਕ ਪੰਜਾਬ 'ਚ ਆ ਕੇ ਵਿਕਦੀ ਆ, ਬਿਹਾਰ ਦਾ ਚੌਲ ਹਜੇ ਵੀ ਪੰਜਾਬ 'ਚ ਆਉਂਦਾ ਆ। ਤਾਂ ਤੁਸੀਂ ਕਿਵੇਂ ਦੇਖਦੇ ਹੋ, ਜੇਕਰ ਪਹਿਲਾਂ ਇਹ ਚੀਜ਼ਾਂ ਲਾਗੂ ਸੀ ਤਾਂ ਦੁਬਾਰਾ ਇਹ ਨਿਯਮ ਲਿਆਉਣ ਦੀ ਜਾਂ ਜੋ MSP ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ, ਕੀ ਤੁਹਾਨੂੰ ਲੱਗਦਾ ਹੈ ਵੀ ਯਕੀਨ ਹੈਗਾ ਇਸ ਵਕਤ ਕਿਸਾਨਾਂ ਨੂੰ ਮੋਦੀ ਸਰਕਾਰ 'ਤੇ? ਇਹ ਬਿਲਕੁਲ ਗਲਤ ਪਰਿਭਾਸ਼ਾ ਦੇ ਰਹੇ ਨੇ। ਦੇਖੋ ਜਿਹੜੀ ਮੰਡੀ ਹੈ, ਮੰਡੀ ਤਕਰੀਬਨ 8% ਖਰਚੇ ਪੈਂਦੇ ਨੇ। ਮੰਡੀ ਤੋਂ ਬਾਹਰ ਜਿਹੜਾ ਉਹ ਕਹਿੰਦੇ ਨੇ ਵੀ ਅਸੀਂ ਬਣਾਉਣੇ ਨੇ ਵੱਡੇ ਉਹਨਾਂ 'ਤੇ ਕੋਈ ਖਰਚਾ ਨਹੀਂ ਪੈਣਾ ਕਿਸੇ ਦੇ। ਜਿਹੜਾ ਬਾਇਰ ਹੈ ਉਹਨੇ 20-30 ਰੁਪਏ ਵੱਧ ਦੇ ਕੇ ਬਾਹਰ ਉਹ ਚੀਜ਼ ਖਰੀਦੂਗਾ। ਉਹਦੇ ਇੱਕ ਵਾਰੀ ਤਾਂ ਚਾਹੇ ਸਾਨੂੰ 100 ਰੁਪਇਆ ਵੱਧ ਦੇ ਦੇ। ਜਿਸ ਤਰ੍ਹਾਂ ਹੁਣ ਤੁਸੀਂ ਧਾਨਾਂ ਦਾ ਰੇਟ ਫਰਜ਼ ਕਰੋ 2000 ਹੈ, ਉਹ ਤੇ 160 ਰੁਪਏ ਉਹਨੂੰ ਪਏਗਾ ਟੈਕਸ। ਉਹ 60 ਰੁਪਏ ਆਪਦੇ ਕੋਲ ਰੱਖੂ, 100 ਰੁਪਈਆ ਜ਼ਿਮੀਂਦਾਰ ਨੂੰ ਦੇ ਦੂ। ਉਹਨਾਂ ਨੇ ਸਾਡਾ ਸਿਸਟਮ ਹੈ ਜਿਹੜਾ ਤੋੜ ਦੇਣਾ। ਫਿਰ ਉਹਨਾਂ ਨੇ ਇਹੀ ਧਾਨ 500 ਨੂੰ ਖਰੀਦਣੇ ਨੇ। ਦੇਖੋ ਅਜੇ ਸਪੋਰਟ ਪ੍ਰਾਈਸ ਹੈਗੀ, ਪਰ ਤੁਸੀਂ ਇਹ ਰੋਜ਼ ਮੰਡੀਆਂ 'ਚ ਪੜ੍ਹਦੇ ਹੋ ਵੀ ਮੱਕੀ ਦੀ ਵੀ ਸਪੋਰਟ ਪ੍ਰਾਈਸ ਹੈ, ਖਰੀਦਦਾ ਕੌਣ ਆ ਜੀ? ਧਾਨਾਂ ਦਾ ਲਾ ਲਓ ਤੁਸੀਂ। ਹੁਣ ਮੰਡੀ 'ਚ ਅੰਮ੍ਰਿਤਸਰ ਵੱਲ ਧਾਨ ਆਏ ਹੋਏ ਨੇ, 1200-1400 ਤੋਂ ਵੱਧ ਧਾਨ ਨਹੀਂ ਖਰੀਦ ਹੋ ਰਹੇ। ਨਾਲੇ ਪਤਾ ਹੈ ਵੀ ਇਹਦੀ 1 ਤਰੀਕ ਨੂੰ ਇਹਦਾ ਰੇਟ 1900 ਰੁਪਏ ਹੋਣਾ, ਪਰ ਫਿਰ ਵੀ ਉੱਥੇ 14 ਜਦੋਂ ਇਹ ਪਤਾ ਹੋਣਾ ਹੈ ਵੀ ਇਹ ਕਿਸੇ ਨੇ ਲੈਣਾ ਹੀ ਨਹੀਂ, ਇਹਦੀ ਕੋਈ ਸਪੋਰਟ ਪ੍ਰਾਈਸ ਨਹੀਂ, ਫਿਰ ਤਾਂ ਜਮਾ ਹੀ ਨੇਰਗਰਦੀ ਮੱਚ ਜਾਣੀ ਹੈ। ਜਿਹੜੀ ਬਾਹਰਲੀ ਮੰਡੀ ਦਾ ਉਹ ਅੰਦਰਲੀ ਮੰਡੀ ਨਾਲ ਉਹਦਾ ਮੁਕਾਬਲਾ ਨਹੀਂ ਹੋਣਾ, ਕਿਉਂਕਿ 8.5% ਟੈਕਸ ਨੇ। ਹਾਂ, ਇਹ ਉਹਨਾਂ ਨੂੰ ਲਿਆਉਣ ਵੱਡੇ ਘਰਾਣਿਆਂ ਨੂੰ, ਉਹਨਾਂ ਨੂੰ ਲਿਆ ਕੇ ਅੰਦਰਲੀ ਮੰਡੀ 'ਚ ਬਾੜਨ। 8% ਜਿਹੜਾ ਪਹਿਲਾ ਸਿਸਟਮ ਚੱਲਦਾ, ਹਾਂ ਉਹਨਾਂ ਨੂੰ ਟੈਕਸ ਜ਼ਿਆਦਾ ਲੱਗਦਾ। 1-2% ਟੈਕਸ ਘਟਾ ਲੈਣ, 1-2%। ਦੇਖੋ ਇਹਦੇ ਨਾਲ ਸਾਡਾ ਸਾਰਾ ਇਨਫਰਾਸਟ੍ਰਕਚਰ RDF ਨਾਲ ਪਿੰਡਾਂ ਦੀਆਂ ਲਿੰਕ ਰੋਡਾਂ ਬਣਦੀਆਂ ਨੇ, ਮੰਡੀਆਂ ਦਾ ਵਿਕਾਸ ਹੁੰਦਾ। ਅੱਛਾ, ਫਿਰ ਤੁਸੀਂ ਇਹ ਦੇਖ ਲਓ ਵੀ ਜੇ ਕਿਸੇ ਜ਼ਿਮੀਂਦਾਰ ਭਰਾ ਦੀ ਬਾਂਹ ਕੱਟੀ ਜਾਂਦੀ ਹੈ, ਲੱਤ ਕੱਟੀ ਜਾਂਦੀ ਹੈ, ਮੰਡੀ ਬੋਰਡ ਉਹਨੂੰ ਵੀ ਪੈਸੇ ਦਿੰਦਾ।
ਇਹ ਐਡਾ ਵਧੀਆ ਸਿਸਟਮ, ਮੈਂ ਤਾਂ ਕਹਿੰਦਾ ਵੀ ਇਹ ਸੋਚ ਕਿਵੇਂ ਲਿਆ ਵੀ ਖਤਮ ਅਸੀਂ ਕਰਨਾ। ਤੁਹਾਡੀ ਗੱਲ ਜੋ ਹੈ ਉਹ ਜੇਕਰ ਅਸੀਂ ਲਾਲ ਸਿੰਘ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਕਹਿਣਾ ਕਿ ਸਾਲਾਨਾ 65,000 ਕਰੋੜ ਦਾ ਫਰਕ ਪਊਗਾ ਜੋ ਬਜਟ ਤੇ ਆ। ਤੁਹਾਡੇ ਤੋਂ ਦਵਿੰਦਰ ਜੀ ਜਾਣਨਾ ਚਾਹਾਂਗੇ, MSP ਹਜੇ ਵੀ ਹੈਗੀ ਆ। ਮੈਂ ਚਿੱਟੇ ਸੋਨੇ ਦੀ ਗੱਲ ਕਰ ਲੈਣਾ। ਪੰਜਾਬ ਦਾ ਚਿੱਟਾ ਸੋਨਾ ਨਰਮਾ ਮੰਡੀਆਂ ਦੇ ਵਿੱਚ ਆ ਚੁੱਕਿਆ ਹੈ, ਜਿਹੜਾ 5800 ਰੁਪਏ ਜਿਹਦਾ MSP ਉਹ 3500 ਤੋਂ 4500 ਚ ਵਿਕੀ ਜਾਂਦਾ ਆ। ਮੱਕੀ 1800 ਦੀ MSP ਹੋਣ ਦੇ ਬਾਵਜੂਦ 700 800 ਰੁਪਏ 600 ਰੁਪਏ ਵਿਕਦੀ ਆ। ਤੁਹਾਨੂੰ ਵਿਸ਼ਵਾਸ ਹੈ ਇਸ ਤੋਂ ਬਾਅਦ ਤੁਹਾਡੀ ਫਸਲ ਜਿਹੜੀ MSP ਤੇ ਵਿਕੂਗੀ? ਸੁਰਖਾਬ ਜੀ, ਜਿਵੇਂ ਆਲਮਦੀਪ ਜੀ ਨੇ ਦੱਸਿਆ ਹੈ ਵੀ ਆਰਜੀ ਤੌਰ ਦੇ ਉੱਤੇ ਬਹੁਤ ਕੁਝ ਸ਼ੋਸ਼ੇਬਾਜ਼ੀ ਹੋਣੀ ਹੈ। ਹੋਣਾ ਕੀ ਹੈ, ਜਦੋਂ ਇੱਕ ਵਾਰ ਮੰਡੀ ਬੋਰਡ ਦਾ ਇੱਕ ਚਲਾਉਣ ਲਈ ਮੰਡੀ ਬੋਰਡ ਨੂੰ ਬਹੁਤ ਵੱਡੇ ਫੰਡ ਦੀ ਲੋੜ ਹੈ। ਮੰਡੀ ਬੋਰਡ ਦੀਆਂ ਖੁਦ ਦੀਆਂ ਬਹੁਤ ਵੱਡੀਆਂ ਲਾਇਬਿਲਟੀ ਨੇ। ਇਹ ਨਹੀਂ ਮੰਡੀ ਬੋਰਡ ਨੇ ਕਿਸੇ ਦੀ ਕੋਈ ਦੇਣਦਾਰੀ ਨਹੀਂ, ਮੰਡੀ ਬੋਰਡ ਦੀ ਵੀ ਬਹੁਤ ਵੱਡੀ ਦੇਣਦਾਰੀ ਹੋਊਗੀ। ਜਦੋਂ ਇਹ ਇਨਫਰਾਸਟ੍ਰਕਚਰ ਇੱਕ ਵਾਰ ਸਾਨੂੰ ਇਹਨੂੰ ਹਿੱਟ ਕਰੂਗਾ, ਮੰਡੀ ਬੋਰਡ ਦੇ ਜੇ ਇੱਕ ਸੀਜ਼ਨ ਦੇ ਵਿੱਚ ਵੀ ਮੰਨ ਲਓ ਕ੍ਰੌਪ ਆ ਕੇ ਕੋਈ ਉਹਨੂੰ ਨਹੀਂ ਇਨਕਮ ਹੁੰਦੀ ਤਾਂ ਉਹ ਅਰਥਚਾਰਾ ਹਿੱਲੂਗਾ। ਹਿੱਲਣ ਤੋਂ ਬਾਅਦ ਜਿਹੜੀ ਸਾਡੀ ਏਡੀ ਵੱਡੀ 22,000 ਕਰੋੜ ਦੀ, ਜਿਵੇਂ ਆਪਣੇ ਜੋਗਿੰਦਰ ਸਿੰਘ ਜੀ ਨੇ ਦੱਸਿਆ ਵੀ ਸਾਡੀ ਇਨਵੈਸਟਮੈਂਟ ਆ ਉਹ ਜ਼ੀਰੋ ਹੋ ਜਾਊਗੀ। ਜ਼ੀਰੋ ਹੋਣ ਤੋਂ ਬਾਅਦ ਇਹੀ ਲੋਕ ਪੋਲੀਟੀਸ਼ੀਅਨਾਂ ਦੇ ਰਾਹੀਂ ਮੰਡੀਆਂ ਨੂੰ ਲੀਜ਼ ਤੇ ਲੈਣਗੇ। ਲੀਜ਼ ਤੋਂ ਲੈਣ ਤੋਂ ਬਾਅਦ ਇਹੀ ਇਹਨਾਂ ਨੂੰ ਖਰੀਦ ਲੈਣਗੇ। ਜਿਹੜਾ ਕਿ ਆਪਾਂ ਦੇਖਦੇ ਹਾਂ, ਚਾਹੇ ਕੋਈ ਸਾਡਾ 에ਅਰਪੋਰਟ ਅੱਡੇ ਨੇ, ਚਾਹੇ ਸਾਡੀਆਂ ਰੇਲਵੇ ਹੈ, ਜਿਹੜਾ ਇਹ ਚੱਲਿਆ ਆਉਂਦਾ ਸਿਸਟਮ, ਉਹ ਸਾਨੂੰ ਹੌਲੀ ਹੌਲੀ ਉਹ ਤੀਜੇ ਸਟੈਪ ਤੇ ਜਾ ਕੇ ਮਾਲਕੀ ਵਾਲੇ ਪਾਸੇ ਲੈ ਜਾਊਗਾ। ਅਜੇ ਕਿਸਾਨਾਂ ਨੂੰ ਇਹ ਲੱਗਦਾ ਵੀ ਸਰ ਜੂਗਾ, ਪਰ ਇਹ ਸਰਨਾ ਨਹੀਂ। ਇੱਕ ਬਹੁਤ ਵੱਡੀ ਡੂੰਘੀ ਚਾਲ ਹੈ। ਅਜੇ ਜੇਕਰ ਇਹਨਾਂ ਨੂੰ ਮੈਂ ਮੰਨ ਲੈਂਦਾ ਵੀ ਚਲੋ ਇਹ MSP ਨੂੰ ਜਿੰਨੇ ਵੀ ਨੁਮਾਇੰਦੇ ਨੇ ਕੇਂਦਰ ਦੀ ਸਰਕਾਰ ਦੇ, ਉਹ ਕਹਿੰਦੇ ਆ ਵੀ MSP ਰਹੂਗੀ, ਫਿਰ ਤੁਸੀਂ ਇੱਕ ਚੌਥਾ ਆਰਡੀਨੈਂਸ ਹੋਰ ਲਿਆਓ ਵੀ ਜਿਹੜੀ MSP ਹੈ ਕਿਸਾਨ ਦਾ ਇੱਕ ਮੌਲਿਕ ਅਧਿਕਾਰ ਆ। ਕੋਈ ਵੀ ਬਾਹਰ ਖਰੀਦੂਗਾ, ਅੰਦਰ ਖਰੀਦੂਗਾ, ਉਹ ਇੱਕ MSP ਦੇ ਰੇਟ ਤੋਂ ਉੱਤੇ ਖਰੀਦੂਗਾ। ਜਿਹੜੀ ਅੱਜ ਆਲਮਦੀਪ ਜੀ ਨੇ ਗੱਲ ਦੱਸੀ ਹੈ ਵੀ ਉਹ ਅੱਜ MSP ਦੇ ਹੋਣ ਦੇ ਬਾਵਜੂਦ ਵੀ ਉਹ 40% ਥੱਲੇ ਖਰੀਦ ਰਹੇ ਨੇ, ਉਹ ਅੱਜ ਵੀ ਨਹੀਂ ਡਰ ਰਹੇ। ਜਿੱਦਣ ਸਾਡਾ ਮੰਨ ਲਓ ਮੂਲਧਨ ਦਰਗੁਣਾ 100/100 ਉਹ ਫਾਰਮੂਲਾ ਹੀ ਚੱਕਿਆ ਗਿਆ, ਤਾਂ ਇਹਨਾਂ ਨੇ ਸਾਡੇ ਪੈਰ ਕਿੱਥੇ ਲੱਗਣ ਦੇਣੇ। ਅਸੀਂ ਵੀ ਅੱਜ ਆਲੂਆਂ ਦੇ ਲਈ ਫਿਰਦੇ ਹਾਂ ਨਾ, ਸੈਂਪਲ ਚੱਕੀ ਲਿਫਾਫਿਆਂ 'ਚ ਪਾਈ ਆ, ਦੇਖਿਓ ਜੀ ਕੀ ਰੇਟ ਲੱਗੂਗਾ। ਅਸੀਂ ਧਾਨਾਂ ਦੇ ਸੈਂਪਲ ਲੈ ਕੇ ਇਹਨਾਂ ਦੇ ਘਰੀ ਫਿਰਿਆ ਕਰਾਂਗੇ। ਉਹ ਫਿਰ ਜਿੰਨੀ ਕੁ ਲੋੜ ਹੈ ਉਨੀ ਕੁ ਲੈ ਲਿਆ ਕਰਨਗੇ। ਫਾਰਮਰ ਟੁੱਟਿਆ ਹੋਇਆ, ਫਾਰਮਰ ਕੋਲ ਤਾਂ ਇੱਕ ਮਹੀਨੇ ਦੀ ਸਟਾਕ ਰੱਖਣ ਦੀ ਵੀ ਕਪੈਸਿਟੀ ਨਹੀਂ। ਉਹ ਤਾਂ ਪਹਿਲਾਂ ਲੈ ਕੇ ਇਸ ਕਰੋਪ ਨੂੰ ਖਾਈ ਬੈਠਾ ਹੈ। ਉਹ ਐਡਾ ਬੜਾ ਸਿਸਟਮ ਹੈ, ਇਹਨੂੰ ਕਿਵੇਂ ਸਰਵਾਈਵ ਕਰੂਗਾ? ਇਹ ਸਰਕਾਰ ਦਾ ਬਹੁਤ ਵੱਡਾ ਭੁਲੇਖਾ ਹੈ। ਹਾਥੀ ਮਰ ਗਿਆ, ਚੰਮਜੂਆਂ ਨੇ ਦੁਪਹਿਰ ਨੂੰ ਮਰ ਜਾਣਾ। ਐਡੀ ਗੱਲ ਨਹੀਂ ਹੈਗੀ ਜਿੱਡੀ ਇਹ ਸੋਚੀ ਫਿਰਦੇ ਆ। ਇੱਕ ਵਾਰ ਇਹ ਕਰੋਨਾ ਦੇ ਵਿੱਚ ਮਾਰਚ ਦੇ ਮਹੀਨੇ ਜਿਹੜੇ ਸਾਡੇ ਪੂਰੇ ਸਟਾਕ ਦਿਖਾ ਰਹੇ ਸੀ ਬਫਰ ਨੇ, ਸਾਨੂੰ ਪਤਾ ਵੀ ਨਹੀਂ ਲੱਗਿਆ, ਰਾਤੋਂ ਰਾਤ ਕੰਟੇਨਰ ਭਰ ਕੇ ਇਹ ਇੱਕ ਵੀਕ 'ਚ ਚੱਕ ਕੇ ਲੈ ਗਏ। ਜੇ ਐਡੇ ਹੀ ਬਫਰ ਵਾਲੇ ਹੁੰਦੇ ਫਿਰ ਕਿਉਂ ਇੰਨੀ ਕਾਹਲੀ ਮਚ ਗਈ ਵੀ ਇਹ ਜੇਕਰ ਮੂਹਰੇ ਜਿਹੋ ਜਿਹੀ ਅਸੀਂ ਆਪਸ 'ਚ ਫਸੇ ਹੋਏ ਆ, ਇਹਨਾਂ ਨੇ ਉਹਦਾ ਨਜਾਇਜ਼ ਫਾਇਦਾ ਉਠਾ ਕੇ ਕਿਸਾਨਾਂ ਨੂੰ ਵੀ ਦੇਖਿਆ ਵੀ ਹੁਣ ਇਹਦੇ 'ਤੇ ਕੋਈ ਇਹ ਬੋਲਣਗੇ ਨਹੀਂ। ਉਹ ਸਮਾਂ ਵੀ ਇੱਦਾਂ ਦਾ ਚੁਣਿਆ ਵੀ ਅਸੀਂ ਕੋਈ ਗੱਲ ਨਾ ਉਠਾ ਸਕੀਏ। ਪਰ ਇਹ ਕੁੱਲ ਮਿਲਾ ਕੇ ਜਿਹੜਾ ਅੱਜ ਖਾਣ ਪੀਣ ਵਾਲਾ ਭਾਈਚਾਰਾ ਟਿਕਿਆ ਬੈਠਾ ਹੈ, ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਜੇਕਰ ਇਹ ਚੀਜ਼ ਲਾਗੂ ਹੁੰਦੀ ਹੈ ਨਾ ਵੀ ਜ਼ਖੀਰੇਬਾਜ਼ੀ ਵਾਲੀ ਗੱਲ, ਅਸੀਂ 30 ਰੁਪਏ 40 ਰੁਪਏ ਰੇਹੜੀਆਂ ਤੋਂ ਸੇਬ ਖਾਂਦੇ ਹੁੰਦੇ ਸੀ, ਅੱਜ 100 ਰੁਪਏ ਕਿਲੋ ਤੇ ਵਧੀਆ ਸੇਬ ਨਹੀਂ ਮਿਲਦਾ। ਕਾਰਨ ਕੀ? ਸਾਰਾ ਸਰਵੇ ਹੋਇਆ ਹਿਮਾਚਲ ਦਾ, ਜਿੰਨੇ ਲੱਖ ਟਨ ਦੀ ਸਾਡੀ ਕੋਲ ਪ੍ਰੋਡਿਊਸ ਸੀਗੀ ਉਹਦੇ ਪੈਰਲਲ 80% ਸਬਸਿਡੀ ਕੇਂਦਰ ਤੋਂ ਪੈਸਾ ਲੈ ਕੇ ਉੱਥੇ ਕੋਲਡ ਚੇਨ ਡਿਵੈਲਪ ਕੀਤੀ ਗਈ। ਸਾਰੇ ਬਾਗ ਖੜੇ ਸੌਦਾ ਹੋ ਕੇ ਉਹ ਸਾਰੇ ਅਡਾਨੀ ਅਬਾਨੀਆਂ ਦੇ ਗਡਾਊਨਾਂ ਸਟੋਰਾਂ ਦੇ ਕੋਲਡ ਰੂਮਾਂ 'ਚ ਲੱਗ ਜਾਂਦੇ ਨੇ। ਉਦੋਂ ਬਾਅਦ 'ਚ ਉਹਨਾਂ ਦੀ ਮਰਜ਼ੀ ਆ, 5 ਗੱਡੀਆਂ ਕੱਢਣੀਆਂ ਨੇ, 7 ਕੱਢਣੀਆਂ ਨੇ। ਉਹੀ 30 ਰੁਪਏ ਵਾਲਾ 40 ਰੁਪਏ ਵਾਲਾ ਸੇਬ ਸਾਨੂੰ 100 ਰੁਪਏ ਦਿੰਦਾ। ਉਹ ਇੱਕ ਮਾਡਲ ਆ। ਉਹੀ ਮਾਡਲ ਹੁਣ ਪੰਜਾਬ ਦੇ ਉੱਤੇ ਲਾਗੂ ਕਰਨ ਨੂੰ ਫਿਰਦੇ ਆ। ਪਰ ਪੰਜਾਬ ਦੇ ਫਾਰਮਰ ਦੀ ਜਿਹੜੀ ਕਪੈਸਿਟੀ ਹੈ ਉਹ ਤੋਂ ਬਹੁਤ ਅਣਜਾਣ ਆ ਸੈਂਟਰ ਸਰਕਾਰ। ਅਸੀਂ ਤਾਂ ਜਾ ਕੇ ਫੋਰਨ ਕੰਟਰੀਆਂ ਦੀ GDP ਉੱਪਰ ਕਰਤੀ ਸਾਡੇ ਲੋਕਾਂ ਨੇ। ਸਾਡੇ ਇੱਕ ਜਵਾਕ ਨੇ 4-4 ਹਜ਼ਾਰ ਕਿਲੋਮੀਟਰ ਟਰਾਲਾ ਚਲਾ ਕੇ ਪ੍ਰੋਡਿਊਸ ਕਿੱਥੋਂ ਕਿੱਥੇ ਪਹੁੰਚਾਤੀ। ਸਾਡਾ ਬਾਰਡਰ ਖੋਲ੍ਹੋ, ਸਾਤੋਂ ਪੈਸੇ ਕਮਾਓ, ਸਾਤੋਂ ਇਨਕਮ ਟੈਕਸ ਵੀ ਦੇ ਦਾਂਗੇ, ਸਾਨੂੰ ਸਾਡੇ ਫਰ ਖੋਲ੍ਹੋ, ਸਾਨੂੰ ਉੜਨ ਦਿਓ ਜਿੰਨੀ ਸਾਡੀ ਉੜਨ ਦੀ ਕਪੈਸਿਟੀ ਹੈ। ਇਹਦੇ ਲਈ ਮੈਂ ਇਹੀ ਬੇਨਤੀ ਕਰਦਾ ਵੀ ਇਹ ਪਿੱਛੇ ਦੀ ਬਜਾਏ ਅੱਗੇ ਬਾਰੇ ਸੋਚੋ ਵੀ ਅਸੀਂ ਤੁਹਾਡੇ ਲਈ ਕੀ ਕਮਾ ਕੇ ਲੈ ਕੇ ਆਈਏ। ਜੇ ਤੁਸੀਂ ਸਾਨੂੰ ਵਿਹਲੇ ਕਰੋਗੇ, ਇਹ ਜਿਹੜੇ ਪੰਜਾਬੀ ਕੌਮ ਹੈ ਟਿਕ ਕੇ ਨਹੀਂ ਪੈਂਦੀ। ਇਹ ਕੰਮ ਲੱਗੀ ਹੋਈ ਚੰਗੀ ਲੱਗਦੀ ਹੈ, ਜੇ ਵਿਹਲੇ ਹੋਏ ਇਹ ਤੁਹਾਨੂੰ ਤੰਗ ਕਰਨਗੇ। ਮੈਂ ਇਹ ਵੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ। ਵਿਹਲੇ ਹੋਏ ਤੰਗ ਕਰਨਗੇ, ਕੰਮ ਲਾਉਣੇ ਜ਼ਰੂਰੀ ਨੇ ਕਿਉਂਕਿ ਸਾਡੇ ਅੰਦਰ ਸਕਿੱਲ ਇੰਨਾ ਜ਼ਿਆਦਾ ਆ, ਸਾਡੇ ਅੰਦਰ ਜਜ਼ਬਾ ਇੰਨਾ ਜ਼ਿਆਦਾ। ਜੇਕਰ ਸਾਨੂੰ ਸਹੀ ਦਿਸ਼ਾ ਤੇ ਮੌਕਾ ਮਿਲ ਜਾਵੇ ਤਾਂ ਅਸੀਂ ਹਰ ਥਾਂ ਤੇ ਛਾ ਸਕਦੇ ਹਾਂ। ਵੈਸੇ ਵੀ ਪੰਜਾਬੀਆਂ ਨੇ ਝੰਡੇ ਹਰ ਥਾਂ ਗੱਡੇ ਹੋਏ ਆ। ਤੁਹਾਡੇ ਕੋਲ ਜਾਣਦੇ ਜੋਗਿੰਦਰ ਜੀ, ਕਿਸਾਨ ਦੀ ਫਸਲ ਮੰਡੀ 'ਚ 3 ਦਿਨ ਵੱਧ ਪਈ ਰਵੇ ਨਾ, ਕਿਸਾਨ ਦੀ ਜਾਨ ਸੁੱਕ ਜਾਂਦੀ ਹੈ। ਕਿਤੇ ਮੌਸਮ ਨਾ ਖਰਾਬ ਕਰ ਜੇ ਜਾਂ ਫਸਲ ਦੀ ਜੋ ਕੁਆਲਿਟੀ ਆ ਉਹ ਨਾ ਡਾਊਨ ਹੋ ਜੇ। ਕਿਸਾਨ ਇੰਨਾ ਸਮਰੱਥ ਹੈਗਾ ਕਿ ਆਪਣੀ ਫਸਲ ਨੂੰ ਮਹੀਨਾ 2 ਮਹੀਨੇ 3 ਮਹੀਨੇ ਸਟੋਰ ਕਰ ਲੇ? ਦੇਖੋ ਜੀ, ਕਿਸਾਨ ਨੂੰ ਸਮਰੱਥ ਹੋਣਾ ਪਏਗਾ। ਜਦੋਂ ਕੋਈ ਬੰਦਾ ਲੁੱਟਦਾ ਹੁੰਦਾ ਯਾਰ ਕਿਸੇ ਬੰਦੇ ਦੀ, ਫਿਰ ਉਹ ਆਪਣਾ ਹੋਰ ਰਸਤਾ ਚੁਣਦਾ।
ਜਾਂ ਇਹ ਕਹਿ ਲਓ ਕਿ ਜਦੋਂ ਕੋਈ ਬੰਦਾ ਬੇਰੁਜ਼ਗਾਰ ਹੁੰਦਾ ਹੈ ਫਿਰ ਉਹ ਰੁਜ਼ਗਾਰ ਨੂੰ ਹੱਥ ਪੈਰ ਮਾਰਦਾ ਹੈ, ਜਾਂ ਜਦੋਂ ਕੋਈ ਬੰਦਾ ਕਿਸੇ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਹਨੂੰ ਇਨਸਾਫ ਨਹੀਂ ਮਿਲਦਾ ਉਸ ਦੇ ਵਿੱਚ, ਫਿਰ ਉਹ ਬੰਦਾ ਆਪ ਇਨਸਾਫ ਲੈਣ ਦੀ ਕੋਸ਼ਿਸ਼ ਕਰਦਾ ਹੈ। ਇਹੀ ਕੰਮ ਅੱਜ ਪੰਜਾਬ ਨਾਲ ਹੋਣਾ ਹੈ। ਜੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ, ਪੰਜਾਬ ਦੇ ਲੋਕਾਂ ਨੂੰ ਉਹਦੇ ਹੱਕ ਨਹੀਂ ਮਿਲਦੇ, ਤਾਂ ਪੰਜਾਬ ਆਪਣੀ ਲੜਾਈ ਆਪ ਲੜੂਗਾ। ਚਾਹੇ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਜ਼ਮੀਨ ਆ ਨਾ, ਸਾਡੀ ਜ਼ਮੀਨ ਜੱਟ ਦੀ ਮਾਂ ਹੈ। ਜ਼ਮੀਨ ਚਾਹੇ ਜੱਟ ਜ਼ਮੀਨ ਸਾਰੀ ਵੇਚ ਦੇਵੇ, ਪਰ ਅਸੀਂ ਫੇਰ ਵੀ ਉਹਦੇ ਬੱਚੇ ਨੂੰ ਕਹਿੰਦੇ ਜੱਟ ਦਾ ਪੁੱਤ ਹੈ ਇਹ, ਉਹਦੇ ਖੂਨ 'ਚ ਹੈ ਜੱਟਪਣਾ, ਕਿਸਾਨੀ ਉਹਦੇ ਖੂਨ 'ਚ ਹੈ। ਤੁਸੀਂ ਬੱਚਿਆਂ ਦੇ ਉਦਾਹਰਨ ਲੈ ਲਓ, ਕਿਸਾਨ ਦਾ ਬੱਚਾ ਛੋਟਾ ਜਿਹਾ ਹੋਵੇ ਜਾ ਕੇ ਟਰੈਕਟਰ ਦੇ ਸਟੀਅਰਿੰਗ 'ਤੇ ਫੜ ਕੇ ਸਟੀਅਰਿੰਗ ਘੁਮਾਉਂਦਾ, ਉਹਦੇ ਬਲੱਡ 'ਚ ਹੈ ਖੇਤੀ। ਉਹ ਇਸ ਕਰਕੇ ਕਿਸਾਨ ਜਿਹੜਾ ਹੈਗਾ ਉਹ ਖੇਤੀ ਨੂੰ ਛੱਡਣਾ ਨਹੀਂ ਚਾਹੁੰਦਾ, ਉਹ ਟੁੱਟਣਾ ਨਹੀਂ ਚਾਹੁੰਦਾ ਆਪਣੀ ਮਿੱਟੀ ਨਾਲੋਂ। ਉਹ ਆਪਣਾ ਨਫਾ ਨੁਕਸਾਨ ਕਰ ਸਕਦਾ, ਹਥਿਆਰ ਚੱਕ ਕੇ ਲੜ ਸਕਦਾ। ਅਸੀਂ ਤਾਂ ਸਾਡੇ ਕੋਈ ਵੱਟ ਵੱਢਦੇ ਗੁਆਂਢੀ ਸੀ ਤਾਂ ਉਹਨੂੰ ਮਾਰਨ ਨੂੰ ਤਿਆਰ ਹੋ ਜਾਂਦੇ ਹਾਂ। ਇਹ ਸਾਡੀ ਜ਼ਮੀਨ ਦੱਬਣ ਨੂੰ ਫਿਰਦੇ ਨੇ, ਇਹ ਕਿਵੇਂ ਹੋ ਸਕਦਾ? ਇਸ ਕਰਕੇ ਪੰਜਾਬ ਦਾ ਮਾਹੌਲ ਕੁਛ ਹੋਰ ਹੈ, ਇਹ ਭੁਲੇਖੇ 'ਚ ਨੇ ਹਾਲੇ। ਦੂਜੀ ਵੱਡੀ ਗੱਲ ਇਹ, ਮੈਂ ਤਾਂ ਇੱਕ ਸਮਝਦਾ ਵੀ ਇਹਨਾਂ ਨੇ ਬੇਸ਼ਰਮੀ ਦੀ ਹੱਦ ਫੜ ਲਈ। ਤੁਸੀਂ ਇੱਕ ਚੀਜ਼ ਦੱਸੋ ਮੈਨੂੰ, ਤੁਸੀਂ 62 ਦੀ ਜੰਗ ਲੈ ਲਓ, 65 ਦੀ ਲੈ ਲਓ, 71 ਦੀ ਲੈ ਲਓ, ਕਾਰਗਿਲ ਦੀ ਲੈ ਲਓ, ਆ ਕਸ਼ਮੀਰ ਦਾ ਮਸਲਾ ਲੈ ਲਓ, ਅੱਜ ਚੀਨ ਦਾ ਬਾਰਡਰ ਲੈ ਲਓ, ਹਰ ਜਗ੍ਹਾ ਪੰਜਾਬੀ ਮੂਹਰੇ ਹੋ ਕੇ ਲੜਿਆ। 80% ਕੁਰਬਾਨੀ ਅਸੀਂ ਦਿੱਤੀਆਂ ਦੇਸ਼ ਆਜ਼ਾਦ ਹੋਣ ਨੂੰ। ਫੂਡ ਗ੍ਰੇਨ ਅਸੀਂ ਇਹਦੇ ਪੂਰੇ ਕਰਤੇ, ਭੁੱਖਿਆਂ ਢਿੱਡ ਭਰਿਆ। ਜਦੋਂ ਠੂਠਾ ਚੱਕ ਕੇ 70 ਵਿੱਚ ਮੰਗਦੇ ਫਿਰਦੇ ਸੀਗੇ, ਸਾਰੇ ਕੰਟਰੀ ਨੇ ਜਵਾਬ ਦੇ ਦਿੱਤਾ ਸੀ। ਉਸ ਤੇ ਤੁਸੀਂ ਯਾਦ ਕਰੋ, ਬਜ਼ੁਰਗਾਂ ਨੂੰ ਪੁੱਛ ਕੇ ਦੇਖੋ, 1664 ਲਾਰਮਾ ਰੋਜੋ ਅਤੇ PV 18 ਕਣਕ ਆਈ ਸੀ ਉਦੋਂ ਅਸੀਂ ਗ੍ਰੀਨ ਰੈਵੋਲੂਸ਼ਨ ਲਿਆ ਕੇ ਇਹਨਾਂ ਦਾ ਢਿੱਡ ਭਰਿਆ। ਅਸੀਂ ਇਹਨਾਂ ਦਾ ਢਿੱਡ ਭਰਦੇ ਭਰਦੇ ਪੰਜਾਬ ਵਾਲਿਆਂ ਨੇ, ਦੇਖੋ ਸਭ ਤੋਂ ਛੋਟੀ ਸਟੇਟ ਹੈ ਇਹ, 60% ਅਸੀਂ ਪੂਲ 'ਚ ਸੈਂਟਰਲ ਪੂਲ 'ਚ ਅਨਾਜ ਦਿੱਤਾ। ਅਸੀਂ ਇਹਦਾ ਢਿੱਡ ਭਰਦੇ ਭਰਦੇ ਆਪਣੀ ਜ਼ਮੀਨ ਖਰਾਬ ਕਰ ਲਈ, ਪਾਣੀ ਲੈਵਲ ਥੱਲੇ ਲੈ ਗਏ ਅਸੀਂ ਅੱਜ ਤੁਸੀਂ ਇੰਡਸਟਰੀ ਦਾ ਪੋਲਿਊਸ਼ਨ ਦੇਖੋ, ਵਾਟਰ ਪੋਲਿਊਸ਼ਨ ਜਿਹੜਾ ਸਾਡਾ ਹੋਇਆ ਉਹ ਸਭ ਤੋਂ ਵੱਡਾ ਰੋਲ ਇੰਡਸਟਰੀ ਦਾ। ਪਰ ਉਹ ਵੀ ਦੋਸ਼ ਸਾਡੇ ਦੇ ਪਾਤਾ ਪਰਾਲੀ ਵਾਲਾ, ਅਸੀਂ ਉਹ ਵੀ ਝੱਲ ਲਿਆ, ਚੱਲ ਕੋਈ ਗੱਲ ਨਹੀਂ, ਅਸੀਂ ਹੋਰ ਖਰਚੇ ਕਰਕੇ ਨਵੇਂ ਇੰਪਲੀਮੈਂਟ ਲੈ ਲਏ। ਪਰ ਹੁਣ ਸਾਡੇ ਜਦੋਂ ਗਰਦਨ ਨੂੰ ਧੌਣ ਨੂੰ ਹੱਥ ਪਾ ਲਿਆ, ਅਸੀਂ ਕਿੱਦਾਂ ਟਿਕਾਂਗੇ? ਇਸ ਕਰਕੇ ਬਹੁਤ ਬੜੇ ਭੁਲੇਖੇ 'ਚ ਨੇ। ਕਿਸਾਨ ਦੇ ਖੇਤ 'ਚ ਜੋ ਸਵੇਰ ਤੋਂ ਆਪਾਂ ਉੱਠਦੇ ਤੜਕੇ ਨਾ, ਉੱਠਣ ਤੋਂ ਲੈ ਕੇ ਸੌਣ ਤੱਕ ਜੋ ਕੋਈ ਚੀਜ਼, ਚਾਹੇ ਕੋਈ ਪਸ਼ੂ ਪੰਛੀ ਹੈ, ਚਾਹੇ ਕੋਈ ਇਨਸਾਨ ਹੈ, ਚਾਹੇ ਕੋਈ ਹੋਰ ਹੈ, ਜੋ ਦਾਣਾ ਖਾਂਦਾ ਤੇ ਚੁਗਦਾ ਕਿਸਾਨ ਦੇ ਖੇਤ 'ਚ ਪੈਦਾ ਹੋਇਆ ਹੈ। ਜੋ ਬੜੀ ਤੁਸੀਂ ਸਹੀ ਗੱਲ ਕਹੀ ਹੈ ਕਿ ਜੋ ਵੀ ਕੋਈ ਦਾਣਾ ਖਾਂਦਾ ਕਿਸਾਨ ਦੇ, ਜੇ ਸਵੇਰੇ ਉੱਠ ਕੇ ਚਾਹ ਬਣਦੀ ਸਾਡੇ ਘਰ 'ਚ, ਉਹ ਦੁੱਧ ਕਿਸਾਨ ਦੇ ਘਰੋਂ ਆਇਆ। ਜੇ ਕੋਈ ਬੱਚਾ ਕਹਿੰਦਾ ਨਾ ਮੈਨੂੰ ਡਾਕਟਰ ਨੇ ਬੰਦ ਕਰਤੀ ਰੋਟੀ, ਉਹ ਬ੍ਰੈਡ ਖਾਂਦਾ, ਉਹ ਵੀ ਕਿਸਾਨ ਦੀ ਕਣਕ ਦਾ ਬਣਿਆ। ਸੋ ਇਹ ਬਹੁਤ ਬੜੇ ਭੁਲੇਖੇ 'ਚ ਨੇ। ਇਹਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਕਿਸਾਨ ਬਿਨਾਂ। ਔਰ ਜੇ ਕਿਸਾਨ ਦੇਸ਼ ਦੀ ਇੱਜ਼ਤ ਬਚਾਈ ਹੈ ਜੀ, ਕਿਸਾਨ ਨੇ ਬਚਾਈ ਹੈ। ਔਰ ਤੁਸੀਂ ਹੋਰ ਦੇਖੋ, ਸਭ ਤੋਂ ਵੱਡੀ ਗੱਲ, ਪੰਜਾਬ ਹਰਿਆਣੇ ਦਾ ਲੱਕ ਘੁੱਟਣ ਲੱਗਿਆ ਜ਼ਿਆਦਾ ਹੈ, ਦੋਨਾਂ 'ਚ ਮੰਡੀਕਰਨ ਢਾਂਚਾ ਟੁੱਟ ਰਿਹਾ ਹੈ। ਸਾਡੀ ਉਦਾਹਰਨ ਲੈ ਕੇ ਇਹਨੂੰ ਦੂਜੇ ਸਟੇਟਾਂ 'ਚ ਕਾਇਮ ਕਰਨਾ ਚਾਹੀਦਾ ਸੀ। ਸਾਡੇ ਫਾਰਮਰ ਦੀ ਅਵੇਅਰਨੈਸ ਇੰਨੀ ਜ਼ਿਆਦਾ ਆ। ਅਸੀਂ ਦੇਖੋ ਦੂਜੇ ਕੰਟਰੀ ਦੀ GDP ਦੱਸੀ, ਮੇਰੇ ਭਰਾ ਨੇ ਦੱਸਿਆ ਕਿ GDP ਅਸੀਂ ਉੱਪਰ ਚੱਕ ਕੇ ਲੈ ਗਏ। ਕੀ ਅਸੀਂ ਆਪਣੇ ਕੰਟਰੀ ਦੀ GDP ਚੱਕ ਸਕਦੇ ਸੀ? ਪਰ ਸਾਨੂੰ ਇਹਨਾਂ ਨੇ ਵਧੀਆ ਮਾਹੌਲ ਨਹੀਂ ਦਿੱਤਾ। ਸਾਨੂੰ ਇਹ ਦੂਜੇ ਸਟੇਟਾਂ ਕੋਲ ਜ਼ਮੀਨ ਫਾਲਤੂ ਪਈ ਹੈ, ਸਾਨੂੰ ਉੱਥੇ ਜਾਂਦੇ ਫਾਰਮ ਬਣਾ ਕੇ ਦਿੰਦੇ, 100 ਬੰਦਾ 200 ਚੁਣ ਲੈਂਦੇ ਜ਼ਿਲ੍ਹਿਆਂ 'ਚੋਂ। ਅਸੀਂ ਉੱਥੇ ਜਾ ਕੇ ਗਰੋਥ ਕਰਦੇ, ਉਹ ਲੋਕ ਸਾਡੀ ਨਕਲ ਕਰੇ, ਉੱਥੇ ਮਾਡਰਨ ਖੇਤੀ ਹੁੰਦੀ, ਦੇਸ਼ ਤਾਂ ਸਾਡਾ ਕਿਤੇ ਪਹੁੰਚ ਜਾਂਦਾ। ਪਰ ਉਲਟਾ ਸਾਡੇ ਨਾਲ ਨਫ਼ਰਤ ਹੋਣ ਲੱਗੀ। ਸਾਡੇ ਰਹਿਣ ਸਹਿਣ, ਸਾਡੇ ਮਕਾਨ, ਸਾਡੀਆਂ ਗੱਡੀਆਂ, ਸਾਡੇ ਟਰੈਕਟਰ, ਸਾਡੇ ਢਾਂਚੇ, ਇਹਨੂੰ ਦੇਖ ਕੇ ਇੱਕ ਅਲਰਜੀ ਪੈਦਾ ਹੋ ਗਈ ਕਿ ਇਹ ਲੋਕ ਤਾਂ ਬਹੁਤ ਸਰਮਾਏਦਾਰ ਨੇ ਜੀ। ਇਹਨਾਂ ਦੇ ਦਿਮਾਗ 'ਚ ਇਹ ਗੱਲ ਹੈ ਵੀ ਇਹਦੀ ਸਰਮਾਏਦਾਰੀ ਖੋਹ ਕੇ ਅਸੀਂ ਦੂਜਿਆਂ ਨੂੰ ਦੇ ਦਈਏ। ਪਰ ਨਹੀਂ, ਇਹ ਕਾਬਲੀਅਤ ਹਰ ਇਨਸਾਨ 'ਚ ਨਹੀਂ ਹੁੰਦੀ। ਜੇ ਇਹਨਾਂ ਨੇ ਬਿਹਾਰ 'ਚ ਕੀਤਾ ਸੀ ਫਿਰ ਲਾਗੂ ਕਰ ਲੈਂਦੇ, ਫਿਰ ਕਿਉਂ ਨਹੀਂ ਉੱਥੇ ਕਾਮਯਾਬੀ ਹੋਈ? ਇਹ ਸਾਰਾ ਢਾਂਚਾ ਜਿਹੜਾ ਖੁਦ ਵਿਗਾੜਨਾ ਚਾਹੁੰਦੇ ਨੇ, ਅਰੇ ਮੁੜ ਕੇ ਲੋਟ ਨਹੀਂ ਆਉਣਾ। ਲਾਅ ਐਂਡ ਆਰਡਰ ਦਾ ਮਸਲਾ ਐਡਾ ਬੜਾ ਕ੍ਰੀਏਟ ਹੋ ਜਾਣਾ, ਇਹ ਤੋਂ ਹੱਲ ਨਹੀਂ ਹੋਣਾ। ਪੰਜਾਬੀ ਬੜੇ ਮਾਰਸ਼ਲ ਕੌਮ ਨੇ, ਲੋਕ ਲੜ ਸਕਦੇ ਨੇ, ਮਰ ਸਕਦੇ ਨੇ ਇੱਜ਼ਤ ਦੀ ਖਾਤਰ, ਪਰ ਜ਼ਮੀਨ ਨੂੰ ਹੱਥ ਨਹੀਂ ਪਾਉਣ ਦੇਣਗੇ। ਹੱਥ ਨਹੀਂ ਪਾਉਣ ਦੇਣ। ਗੁਰਪਾਲ, ਤੁਹਾਡੇ ਕੋਲ ਜਾਣਦੇ ਆ ਕਿ ਚਲੋ ਚਰਚਾ ਇਹ ਹੋ ਰਹੀ ਆ ਵੀ ਮਾਰੂ ਨੀਤੀਆਂ ਤਾਂ ਬਹੁਤ ਨੇ, ਲਾਗੂ ਕਰ ਦੇਣਗੇ, ਧੱਕੇ ਨਾਲ, ਪਤਾ ਹੈ ਵੀ ਧੱਕੇਸ਼ਾਹੀ ਕਰਨਗੇ, ਪਰ ਕੋਈ ਨਾ ਕੋਈ ਰਾਹ ਤਾਂ ਕੱਢਣਾ ਹੀ ਪਊਗਾ ਨਾ। ਲੜਨਾ ਨਹੀਂ, ਪਰ ਬਚਾਅ ਤਾਂ ਕਰਨਾ ਹੀ ਪੈਣਾ, ਕਿਉਂਕਿ ਲੜਾਈ ਵੇਖਦੇ ਕਿੰਨਾ ਕੁ ਚਿਰ ਚੱਲਦੀ ਹੈ, ਜੰਗ ਤਾਂ ਕਦੇ ਲੰਬੀ ਵੀ ਹੋ ਜਾਂਦੀ ਹੈ, ਪਰ ਉਹਦੇ ਦੌਰਾਨ ਸਰਵਾਈਵ ਤਾਂ ਕਰਨਾ ਪਊ। ਤੁਸੀਂ ਕਿਵੇਂ ਦੇਖਦੇ ਹੋ ਵੀ ਛੋਟਾ ਕਿਸਾਨ ਹੈ ਇਸ ਵਕਤ, ਜੋ ਕਿਸ਼ਤਾਂ ਵਾਲੀ ਜ਼ਿੰਦਗੀ ਜਿਹੜੀ ਜਿਉਂਦਾ ਆ, ਉਹ ਆਪਦਾ ਬਚਾਅ ਕਿਵੇਂ ਕਰੂਗਾ? ਦੇਖੋ ਜੀ, ਇਹ ਜਿਹੜਾ ਕਰ ਰਹੇ ਨੇ ਬਚਾਅ, ਉਹ ਜ਼ਿਮੀਂਦਾਰ ਕਰ ਹੀ ਨਹੀਂ ਸਕਦਾ ਜੀ। ਉਹ ਤਾਂ ਪਹਿਲੇ ਹੈਂਡ ਟੂ ਮਾਊਥ ਹੋਇਆ ਹੋਇਆ ਜੀ। ਠੀਕ ਨਹੀਂ ਗੱਲ ਹੈਗੀ? ਆਪਦੇ 2 ਕਿੱਲੇ 4 ਕਿੱਲੇ ਖੇਤੀ ਕਰਕੇ ਆਪਦਾ ਢਿੱਡ ਪਾਲਦਾ, ਜਿਹੜਾ ਵੱਧ ਅਨਾਜ ਆ ਸਾਰਾ ਮੰਡੀ ਦੇ ਵਿੱਚ ਲਿਜਾਂਦਾ। ਜੇ ਅੱਜ ਉਹਨੂੰ ਵਿਹਲਾ ਕਰ ਦੋਗੇ, ਪਹਿਲਾਂ ਹੀ ਬੇਰੁਜ਼ਗਾਰੀ ਬਹੁਤ ਆ। ਹੁਣ ਬਿਹਾਰ ਦੇ ਜਾਂ ਪਹਿਲਾਂ ਵੀ ਗੱਲ ਕਰੀਏ, ਬਿਹਾਰ ਵਾਲੇ ਆਪਣੇ ਕੋਲ ਆਉਂਦੇ ਨੇ, ਅਸੀਂ ਫਿਰ ਕਿਤੇ ਬਾਹਰ ਹੋਰ ਸਟੇਟਾਂ 'ਚ ਜਾਵਾਂਗੇ, ਉੱਥੇ ਕਿੰਨਾ ਕੰਮ ਆ ਜਿਹੜਾ ਸਾਨੂੰ ਕਰਨ ਨੂੰ ਆ। ਅਸੀਂ ਆਪਦਾ ਇੱਥੇ ਆਪਦਾ ਢਿੱਡ ਵੀ ਚਲਾਉਂਦੇ ਹਾਂ, ਆਪ ਮਿਹਨਤ ਕਰਕੇ ਕੰਮ ਕਰਦੇ ਹਾਂ, ਅਤੇ ਅਸੀਂ ਹੋਰ ਸਟੇਟਾਂ ਵਾਲੇ ਸਾਡੇ ਕੋਲ ਆ ਕੇ ਉਹ ਵੀ ਕੰਮ ਕਰਦੇ ਨੇ। ਪੰਜਾਬ ਦੇ ਵਿੱਚ ਕਿੰਨੇ ਬਾਹਰਲੇ ਸਟੇਟਾਂ ਦੇ ਕੰਮ ਕਰਦੇ ਨੇ। ਜੇ ਸਾਡਾ ਵੀ ਅੱਜ ਸਾਨੂੰ ਵਿਹਲੇ ਕਰਨਾ ਇੱਥੋਂ, ਫਿਰ ਤਾਂ ਮਰਨੇ ਵਾਲਾ ਹੀ ਕੰਮ ਹੋ ਜਾਣਾ। ਜੇ ਤੁਸੀਂ ਕਹੋ ਵੀ ਇਹ ਜ਼ਮੀਨ 'ਤੇ ਸਾਡੀ ਵੱਟ ਵੀ ਵਾਹੁਣਗੇ, ਜਿਵੇਂ ਜੋਗਿੰਦਰ ਜੀ ਨੇ ਕਿਹਾ, ਫਿਰ ਤਾਂ ਸਾਨੂੰ ਮਾਰ ਕੇ ਇਹ ਜ਼ਮੀਨ ਸਾਡੀ ਖੋਹਣਗੇ, ਸਾਡੇ ਏਕੜ ਦੀ ਜ਼ਮੀਨ ਨਹੀਂ ਦੇਣ ਲੱਗੇ ਇਹਨਾਂ ਨੂੰ। ਤੁਹਾਨੂੰ ਸਹੀ ਗੱਲ ਦੱਸ ਦਈਏ ਜੀ,
ਇਹ ਤੁਸੀਂ ਦੇਖ ਲਿਓ ਹੋਣਾ ਇਹ ਹਾਲ ਇਹ। ਔਰ ਨਹੀਂ ਨੰਗ ਭੁੱਖਰਾ ਲੜਦੇ ਅਸੀਂ ਹੋਰਾਂ ਨੂੰ ਮਾਰਾਂਗੇ ਤਾਂ ਤੁਹਾਨੂੰ ਮੈਂ ਜਾਂ ਸਾਡੇ ਕੋਲ ਪੱਲੀ ਕੁਝ ਨਹੀਂ ਹੋਣਾ। ਜਿਹੜੀ ਸਾਡੀ ਅੱਜ MSP ਦੇ ਅੱਜ ਸਾਡੀ ਕਣਕ 1925 ਰੁਪਏ ਵਿਕੀ ਆ ਤੇ ਸਰਕਾਰ ਨੇ ਸਾਡੀ ਚੱਕੀ ਯਾਰ ਸਾਨੂੰ ਪੇਮੈਂਟ ਟਾਈਮ ਨਾਲ ਆਈ ਆ। ਕੀ ਇਹ ਸਾਨੂੰ ਇਹ ਟਾਈਮ ਨਾਲ ਪੇਮੈਂਟ ਦੇਣਗੇ? ਅਸੀਂ ਇਹਨਾਂ ਕੋਲ ਜਿਵੇਂ ਜੋਗਿੰਦਰ ਜੀ ਨੇ ਕਿਹਾ ਜਾਂ ਵੀਰ ਜੀ ਨੇ ਕਿਹਾ, ਦਵਿੰਦਰ ਜੀ ਨੇ ਵੀ ਆਲੂ ਚੱਕ ਕੇ ਅਸੀਂ ਆਲੂ ਵਾਲਾ ਹਾਲ ਦੇਖ ਲਓ। ਜਿਸ ਟਾਈਮ ਆਲੂ ਘੱਟ ਹੁੰਦਾ ਉਸ ਟਾਈਮ ਰੇਟ ਹਾਈ ਹੁੰਦਾ ਜੀ। ਜਿਸ ਟਾਈਮ ਆਲੂ ਜ਼ਿਆਦਾ ਹੋ ਜਾਂਦਾ ਉਸ ਤੋਂ ਫਿਰ ਸਾਨੂੰ ਖੇਤਾਂ 'ਚ ਢੇਰੀ ਕਰਨਾ ਪੈਂਦਾ। ਹੁਣ ਜਿਵੇਂ ਜਿਹੜੇ ਜੇ ਮੰਡੀਕਰਨ ਤੋੜਦੇ ਨੇ ਅਸੀਂ ਬੜੇ ਵਪਾਰੀਆਂ ਦੇ ਮਗਰ ਫਿਰਾਂਗੇ, ਜਿਹੜਾ ਆਪਦਾ ਸੈਂਪਲ ਲੈ ਕੇ ਪਹਿਲਾਂ 2 ਸਾਲ ਇਹ ਫਿਰਾਂਗੇ, ਫਿਰ ਇਹ ਕਹਿੰਦੇ ਨੇ ਅਸੀਂ ਜ਼ਮੀਨਾਂ ਵੀ ਅਸੀਂ ਵਾਹੁਣੀਆਂ ਨੇ, ਜ਼ਿਮੀਂਦਾਰਾਂ ਨੂੰ ਵਿਹਲੇ ਕਰਨਾ। ਫਿਰ ਉਹ ਜਾਂ ਸਾਡਾ ਪਹਿਲਾਂ ਤਾਂ ਸਾਨੂੰ ਮਾਰ ਦੇਣਾ ਇਹਨਾਂ ਨੇ ਰੇਟ ਦੇ ਵਿੱਚ, ਫਿਰ ਸਾਡੀ ਜ਼ਮੀਨ ਵਾਹੁਣਗੇ, ਫਿਰ ਅਸੀਂ ਕਿੱਥੇ ਜਿਉਂਦੇ ਰਹਿ ਜਾਵਾਂਗੇ? ਕਿੰਨਿਆਂ ਦਾ ਅਸੀਂ ਢਿੱਡ ਪਾਲਦੇ। ਜੋਗਿੰਦਰ ਜੀ ਨੇ ਕਿਹਾ ਗੱਲ ਵੀ ਸਹੀ ਆ ਬਿਲਕੁਲ, ਵੀ ਜਿਹੜੀ ਸਵੇਰ ਨੂੰ ਚਾਹ ਬਣਦੀ ਆ ਉਹਦੇ ਵਿੱਚ ਚੀਨੀ ਵੀ ਪੰਜਾਬ ਦੀ ਪੈਂਦੀ ਆ, ਕਿਸਾਨ ਦੀ ਪੈਂਦੀ ਆ, ਦੁੱਧ ਵੀ ਕਿਸਾਨ ਦਾ ਪੈਂਦਾ, ਜੇ ਰੋਟੀ ਖਾਂਦੇ ਆ ਉਹ ਵੀ ਕਿਸਾਨ ਦੇ ਦਾਣੇ ਦੀ ਖਾਂਦੇ ਆ ਅਸੀਂ। ਜੇ ਹੁਣ ਕਿਸਾਨ ਦਾ ਗਲੇ ਘੁੱਟਣਗੇ ਫਿਰ ਤਾਂ ਇਹ ਕੰਮ ਚੱਲਣਾ ਨਹੀਂ, ਨਾ ਇਹ ਚੱਲਣਾ ਹੋਣਾ, ਨਾ ਅਸੀਂ ਹੁਣ ਦੇਣਾ ਜੀ। ਤੁਹਾਨੂੰ ਸਿੱਧੀ ਗੱਲ ਦੱਸ ਦਈਏ, ਹੁਣ ਦੇਣਾ ਤਾਂ ਸਿੱਧੀ ਚੇਤਾਵਨੀ ਹੈ ਜੀ ਸਰਕਾਰਾਂ ਨੂੰ, ਜਾਂ ਜੋ ਇਹ ਤਾਨਾਸ਼ਾਹੀ ਰਵੱਈਆ ਰੱਖੀ ਬੈਠੀਆਂ ਨੇ। ਪਰ ਆਲਮ ਜੀ ਤੁਹਾਡੇ ਕੋਲ ਵੀ ਇਹ ਜਾਣਨਾ ਚਾਹਾਂਗੇ ਵੀ ਕਿਸਾਨ ਜਿਹੜਾ ਇਸ ਟਾਈਮ ਦੁਵਿਧਾ ਦੇ ਵਿੱਚ ਹੈ ਜਾਂ ਬੜੀ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕਿਆ ਆ, ਉਹ ਆਪਦਾ ਆਪ ਨੂੰ ਰਾਖੀ ਕਿਵੇਂ ਕਰ ਸਕਦਾ? ਕੀ ਤਰੀਕਾ ਜਿਹੜਾ ਕਿਸਾਨ ਨੂੰ ਅਪਣਾਉਣਾ ਪਊਗਾ ਤਾਂ ਜੋ ਨੀਤੀਆਂ ਉਹਦੇ ਤੇ ਉਲੀਕੀਆਂ ਜਾ ਰਹੀਆਂ ਨੇ, ਥੋਪੀਆਂ ਜਾ ਰਹੀਆਂ ਨੇ, ਉਹ ਤੋਂ ਬਚਿਆ ਜਾ ਸਕੇ? ਦੇਖੋ, ਜੇ ਸਰਕਾਰ ਨਹੀਂ ਪਿੱਛੇ ਹਟਦੀ ਤਾਂ ਸਰਕਾਰ ਇਹਨੂੰ ਜਿਹੜਾ ਜ਼ਿਮੀਂਦਾਰ ਆ ਉਹਨੂੰ ਆਪਦੇ ਤੌਰ ਤੇ ਆਪਦੇ ਧੰਦੇ ਥੋੜ੍ਹੇ ਜਿਹੇ ਚੇਂਜ ਕਰਨੇ ਪੈਣੇ ਨੇ। ਉਹ ਫਸਲਾਂ ਬੀਜੂ ਜਿਹਦੀ ਉਹ ਮਾਰਕੀਟਿੰਗ ਵਿਚਾਰਾ ਤੁਰ ਫਿਰ ਕੇ ਆਪ ਕਰ ਸਕੇ। ਹਾਂ, ਉਹਦੇ ਨਾਲ ਉਹ ਪ੍ਰੋਫਿਟੇਬਲ ਨਹੀਂ ਉਹ ਹੋਣੀਆਂ, ਪਰ ਉਹਦੇ ਨਾਲ ਆਪਦੇ ਟੱਬਰ ਦਾ ਗੁਜ਼ਾਰਾ ਤਾਂ ਉਹਨੇ ਕਿਵੇਂ ਨਾ ਕਿਵੇਂ ਕਰਨਾ ਹੀ ਆ। ਦੇਖੋ, ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇੱਕ ਸੁਝਾਅ ਦਿੰਦਾ। ਸਾਡੇ ਬੱਚੇ ਪੜ੍ਹ ਲਿਖ ਕੇ ਬਾਹਰਲੀਆਂ ਕੰਪਨੀਆਂ 'ਚ, ਮਲਟੀਨੈਸ਼ਨਲ ਕੰਪਨੀਆਂ 'ਚ ਪ੍ਰੋਫੈਸ਼ਨਲ ਉੱਥੇ ਬਣੇ ਹੋਏ ਨੇ। ਉਹ ਬੱਚੇ ਇੱਧਰ ਵੀ ਰਹਿ ਸਕਦੇ ਤੇ ਗਏ ਨੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ। ਪੰਜਾਬ ਦਾ ਜਿੰਨੇ ਬੱਚੇ ਅਫਸਰ ਬਣਨੇ ਵਾਲੇ ਤੇ ਉਹ ਸਾਰੇ ਕੈਨੇਡਾ ਅਮਰੀਕਾ 'ਚ ਬੈਠੇ ਨੇ। ਆਪਾਂ ਕਦੇ ਪਿੱਛੇ ਨੂੰ ਮੁੜ ਕੇ ਦੇਖੋ, ਕਿਸੇ ਚੱਜ ਦੇ ਘਰ ਦਾ ਮੁੰਡਾ ਤੁਹਾਨੂੰ ਇੱਥੇ ਨਹੀਂ ਲੱਭਦਾ, ਨਾ ਕੁੜੀ। ਇਹ ਬਹੁਤ ਵੱਡੀ ਪ੍ਰੋਬਲਮ ਆ। ਅਸੀਂ ਤਾਂ ਪਹਿਲਾਂ ਹੀ ਸਾਰਾ ਕੁਝ ਅਰਥ ਵਿਵਸਥਾ ਆਪਦੀ ਖਤਮ ਕਰੀ ਬੈਠੇ ਹਾਂ। ਹੁਣ ਜਿਹੜੀ ਪੋਜੀਸ਼ਨ ਇਹ ਹੈ, ਇਹਦੇ ਨਾਲ ਜਿਹੜਾ ਇਹ ਆਰਡੀਨੈਂਸ ਪਾਸ ਹੋਣੇ ਨੇ, ਇਹਦੇ ਨਾਲ ਜਦੋਂ ਹੁਣ ਪਹਿਲਾਂ ਸਾਡੇ ਬੱਚਿਆਂ ਨੂੰ ਪਤਾ ਸੀ ਵੀ ਜਿਹੜਾ ਮੇਰਾ ਬਾਪ ਆ ਉਹਨੂੰ ਖੇਤੀ 'ਚੋਂ ਕੁਝ ਬਚਦਾ ਨਹੀਂ, ਇਸ ਕਰਕੇ ਉਹ ਬੱਚੇ ਸਾਡੇ ਖੇਤੀ ਕਣੀ ਘੱਟ ਆਉਂਦੇ ਸੀ। ਜੋ ਇਹਨਾਂ ਨੇ ਹਾਲਾਤ ਕਰਨੇ ਨੇ ਹੁਣ ਉਹਨਾਂ ਨੇ ਜਮਾ ਹੀ ਨਹੀਂ ਆਉਣਾ। ਜਿਹੜੀ ਯੂਥ ਹੈ ਜਾਂ ਤਾਂ ਇਹ ਕਿਸੇ ਗਲਤ ਪਾਸੇ ਨੂੰ ਤੁਰ ਜੂ। ਇਹ ਜਿਹੜੇ ਪੰਜਾਬ ਦੇ ਹਾਲਾਤ ਨੇ, ਇੱਥੇ ਬਲੱਡ ਸ਼ੈਡ ਹੋ ਜਾਣਾ ਜੋ ਇਹ ਹੋ ਰਿਹਾ। ਕਿਉਂਕਿ ਬੱਚਿਆਂ ਨੂੰ ਤਾਂ ਜਿਹੜੀ ਯੂਥ ਆ ਉਹਨੂੰ ਤਾਂ ਕੋਈ ਨਾ ਕੋਈ ਮਗਰ ਲਾਉਣੇ ਵਾਲਾ ਚਾਹੀਦਾ। ਕਿਸੇ ਨੇ ਮੜ ਜੇ ਗਲਤ ਗਾਈਡ ਕਰਦੇ ਵੀ ਤੁਹਾਡਾ ਮਸਲਾ ਐ ਆਲੂ, ਇਹ ਲੋਕ ਉਧਰ ਨੂੰ ਤੁਰ ਪੈਣਗੇ। ਵੱਡੀ ਗੱਲ ਇਹ ਵੀ ਆ ਵੀ ਯੂਥ ਐਤਕੀ ਧਰਨਿਆਂ 'ਚ ਬਹੁਤ ਵੱਡੀ ਗਿਣਤੀ। ਦੂਜੀ ਗੱਲ ਜੀ, ਮੈਂ ਹਰੇਕ ਧਰਨੇ ਹਰੇਕ ਰੈਲੀ 'ਚ ਗਿਆ। ਪਹਿਲਾਂ ਅਸੀਂ ਧਰਨਿਆਂ 'ਚ ਚਿੱਟੀਆਂ ਦਾੜੀਆਂ ਵਾਲੇ ਹੁੰਦੇ ਸੀ ਤੇ ਕੋਈ ਦੋ ਰਾਇਆ ਨਹੀਂ। ਪਹਿਲੀ ਵਾਰੀ ਐਤਕੀ ਦੇਖਣ ਨੂੰ ਮਿਲਦਾ ਵੀ ਸਾਡੇ ਨੂੰ ਅੱਗੇ ਯੂਥ ਆਈ ਆ। ਯੂਥ ਦੇ ਆਉਣ ਨਾਲ ਸਾਰੇ ਲੀਡਰ ਉਤਸ਼ਾਹਿਤ ਨੇ ਵੀ ਆਪਾਂ, ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ, ਆਹੀ ਮੋਦੀ ਸਰਕਾਰ ਹੈ, ਜੇ ਨਾ ਝੁਕੀ ਤਾਂ ਕਹਿ ਦਿਓ ਪੰਜਾਬ ਦੇ ਲੋਕ ਨੇ ਝੁਕਾ ਕੇ ਹਟਣਗੇ। ਤੇ ਇਹ ਦੇਖਣਾ ਪਊ। ਉਮੀਦ ਤੇ ਦੁਨੀਆ ਕਾਇਮ ਹੈ। ਦਵਿੰਦਰ ਜੀ, ਤੁਹਾਡੇ ਕੋਲੋਂ ਇਸੇ ਗੱਲ ਦਾ ਜਵਾਬ ਲੈਣਾ ਚਾਹਾਂਗੇ। ਮੈਂ ਤੁਹਾਡੀ ਗੱਲ ਕਰ ਲੈਣਾ, ਬਾਕੀ ਕਿਸਾਨਾਂ ਛੱਡ ਕੇ ਤੁਹਾਡੀ ਗੱਲ ਕਰਦਾ। ਆਰਡੀਨੈਂਸ ਲਾਗੂ ਹੋ ਕੇ ਦਵਿੰਦਰ ਸਿੰਘ ਆਪਣੀ ਫਸਲ ਕਿਵੇਂ ਵੇਚੂ? ਸੁਰਖਾਬ ਜੀ, ਜੇ ਤੁਸੀਂ ਮੇਰੀ ਪਰਸਨਲੀ ਤੌਰ ਤੇ ਗੱਲ ਕਰਦੇ ਹੋ, ਕੁਦਰਤ ਨੇ ਹਰ ਬੰਦੇ ਨੂੰ ਆਪੋ ਆਪਣੀ ਸੋਚ ਦਿੱਤੀ ਹੈ। ਉਹ ਸੋਚ ਮੁਤਾਬਕ ਬੰਦਾ ਕੰਮ ਕਰਦਾ। ਅਸੀਂ ਇੱਥੇ ਹੀ ਜਨਮ ਲਿਆ, ਇੱਥੇ ਸੀਗੇ। ਅਸੀਂ ਦੁਨੀਆ ਦਾ ਅਰਥਚਾਰਾ ਵੇਖ ਕੇ ਆਏ ਹਾਂ, ਅਸੀਂ ਦੁਨੀਆ ਚੱਲਦੀ ਵੇਖ ਕੇ ਆਏ ਹਾਂ। ਗੌਰਮੈਂਟ ਦਾ ਕੰਮ ਕਰਨਾ ਨਹੀਂ ਹੁੰਦਾ। ਗੌਰਮੈਂਟ ਦਾ ਕੰਮ ਹੁੰਦਾ ਇਨਫਰਾਸਟਰਕਚਰ ਦੇਣਾ, ਫਾਰਮਰ ਨੂੰ ਮੰਡੀਕਰਨ ਢਾਂਚਾ ਦੇਣਾ, ਨਾ ਕਿ ਤੋੜਨਾ। ਜਿਹੜੀਆਂ ਕੰਟਰੀ ਨੂੰ ਉੱਪਰ ਲਿਜਾਣ ਵਾਲੇ ਕੰਮ ਹੁੰਦੇ ਨੇ ਉਹ ਕਿਸਾਨਾਂ ਦੇ, ਯਾਰ ਉੱਥੇ ਦੇ ਲੋਕਾਂ ਦੇ ਹੁੰਦੇ ਨੇ। ਉੱਥੇ ਸਰਕਾਰ ਦਾ ਕੋਈ ਐਡਾ ਰੋਲ ਨਹੀਂ ਹੁੰਦਾ। ਜੇਕਰ ਮੈਨੂੰ ਪੈਸੇ ਬਚਣਗੇ, ਮੈਂ ਤੁਹਾਨੂੰ ਅੱਜ ਆਪ ਦੀ ਤੁਸੀਂ ਗੱਲ ਕਰੀ ਹੈ, ਮੈਂ ਇੱਕ ਸਮਰਾਲੇ ਤਹਿਸੀਲ ਦੇ ਨਾਲ ਮੁਸ਼ਕਾਬਾਦ ਪਿੰਡ 'ਚ ਰਹਿਣਾ। ਮੈਂ ਤੁਹਾਨੂੰ ਕੇਂਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੇਰੀ ਗੱਲ ਨੂੰ ਸੁਣਦਾ, ਮੇਰੇ ਨਾਲ ਬੈਠੇ, ਮੈਂ ਇਨਕਮ ਟੈਕਸ ਦੇਣ ਨੂੰ ਤਿਆਰ ਹਾਂ, ਮੇਰਾ ਬਾਰਡਰ ਖੋਲ੍ਹੇ। ਸਾਡੇ ਨਾਲ ਬੈਠੇ ਜੋ ਇੰਡਸਟਰੀ ਨੂੰ ਤੁਸੀਂ ਪਾਲਿਸੀ ਦੇ ਵਿੱਚ ਛੋਟ ਜਾਂ ਉਹਨਾਂ ਦੇ ਲਈ ਲੋਨ ਕੰਡੀਸ਼ਨ ਜਾਂ ਉਹਨਾਂ ਦੀ ਇੰਸ਼ੋਰੈਂਸ ਸਾਨੂੰ ਦਿਓ ਤਾਂ ਸਹੀ।
ਤੁਸੀਂ ਤਰਲੇ ਕਰਦੇ ਫਿਰਦੇ ਹੋ ਵੀ ਬਾਹਰੋਂ ਕੋਈ ਆਵੇ, ਤੁਹਾਤੋਂ ਕੋਈ ਆਉਣ ਨੂੰ ਰੈਡੀ ਨਹੀਂ, ਕਿ ਤੁਹਾਡਾ ਮਾਹੌਲ ਇਦਾਂ ਦਾ ਤੁਸੀਂ ਪੈਦਾ ਕਰਤਾ ਕਿ ਨਾ ਤੁਹਾਡੇ ਕੋਲ ਕੋਈ ਜਿਹੜੀ ਰਿਜ਼ਰਵ ਬੈਂਕ ਦੇ ਵਿੱਚ ਤੁਹਾਡੀ ਸਿਕਿਉਰਿਟੀ ਸੀਗੀ, ਤੁਸੀਂ ਉਹ ਵੀ ਖਾਈ ਬੈਠੇ ਹੋ। ਅੱਗੇ ਮੀਡੀਆ ਨਹੀਂ ਸੀ ਹੁੰਦਾ, ਪਤਾ ਨਹੀਂ ਸੀ ਹੁੰਦਾ। ਹੁਣ ਯਾਰ ਤੁਸੀਂ ਵਧੀਆ ਕੋਟ ਪੈਂਟ ਪਾ ਕੇ ਵਧੀਆ ਜਹਾਜ਼ 'ਚ ਜਾ ਕੇ ਇੱਕ ਵਧੀਆ ਡਿਵੈਲਪ ਕੰਟਰੀ 'ਚੋਂ ਇੱਕ ਉਹਨਾਂ ਦਾ ਮਾਡਲ ਲੈ ਕੇ ਉਰੇ ਆਉਣ ਲਈ, ਯਾਰ ਤੁਹਾਡੇ ਘਰ ਤਾਂ ਰੋਟੀ ਨਹੀਂ ਹੈਗੀ। ਤੁਸੀਂ ਇੱਕ ਬਹੁਤ ਰਜਵਾੜੇ ਬੰਦਿਆਂ ਨਾਲ ਆੜੀਆਂ ਪਾ ਕੇ ਉਹਨਾਂ ਦੇ ਮਾਡਲ ਚੱਕ ਕੇ ਇੱਥੇ ਲੈ ਕੇ ਆਉਂਦੇ ਹੋ। ਮੈਂ ਅਮਰੀਕਾ ਦੀ ਗੱਲ ਕਰਦਾ, 425 ਬਿਲੀਅਨ ਦਾ NP ਹੈ ਪਿਛਲੇ ਸਾਲ ਦਾ। ਉੱਥੇ ਵੀ ਕਿਸਾਨ ਖੁਦਕਸ਼ੀਆਂ ਕਰਦਾ। ਉੱਥੇ ਚਾਹੇ ਆਪਣੇ ਵਾਲਮਾਰਟ ਹੈ ਜਾਂ ਦੂਜੀਆਂ ਕੰਪਨੀਆਂ, ਕਿਸਾਨ ਉਹਨਾਂ ਦੇ ਵਿਰੁੱਧ 'ਚ ਐਜੀਟੇਸ਼ਨ ਕਰਦੇ। ਜਿਹੜੇ ਤੁਸੀਂ ਸਿਸਟਮ ਦੀ ਗੱਲ ਕਰਦੇ ਹੋ ਜਿਨ੍ਹਾਂ ਨੇ ਲਾਗੂ ਕੀਤਾ ਸੀ, ਤੁਸੀਂ ਉਹਨਾਂ ਦੀਆਂ ਰਿਪੋਰਟਾਂ ਦਾ ਪੜ੍ਹੋ। ਮੈਂ ਇੱਕ ਨਿਊਯਾਰਕ ਸਾਈਡ ਦੇ ਕਿਸਾਨ ਦੀ, ਆਪਣੇ ਡੈਰੀ ਫਾਰਮਰ ਦੀ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ। ਉਹ ਬੰਦੇ ਨੇ ਪਹਿਲਾਂ ਆਪਣੀਆਂ 12 ਗਾਵਾਂ ਨੂੰ ਗੋਲੀ ਮਾਰੀ, ਬਾਅਦ 'ਚ ਆਪਣੇ ਆਪ ਨੂੰ ਮਾਰੀ। ਇੱਕ ਵਿਕਸਿਤ ਕੰਟਰੀ ਦੇ ਕਿਸਾਨ ਦੀ ਮੈਂ ਐਗਜ਼ਾਮਪਲ ਦੇ ਰਿਹਾ। ਸਾਡੇ ਤਾਂ ਇੱਥੇ ਹੈ ਹੀ ਕੁਛ ਨਹੀਂ, ਨਾ ਸਾਡੇ ਕੋਲ ਮੈਡੀਕਲ ਅਸਿਸਟੈਂਸ ਹੈ, ਨਾ ਸਾਡੇ ਕੋਲ ਕੁਛ ਵੀ ਹੈ ਨਹੀਂ। ਤੁਸੀਂ ਇੰਨਾ ਸ਼ੁਕਰਗੁਜ਼ਾਰ ਕਰੋ ਵੀ ਇੱਕ ਪੰਜਾਬ ਦਾ ਕਿਸਾਨ ਆ ਜਿਹੜਾ ਇੰਨਾ ਵਜਨ ਲੈ ਕੇ ਵੀ ਜੇ ਤੁਸੀਂ ਮਿਲਦੇ ਹੋ ਉਹਦੇ ਚਿਹਰੇ 'ਤੇ ਮੁਸਕਾਨ ਆ, ਚਾਹੇ ਉਹਦੇ ਸਿਰ ਕਰਜ਼ਾ, ਪਰ ਉਹਦਾ ਚਿਹਰਾ ਨਹੀਂ ਮੁਰਝਾਇਆ ਮਿਲੂਗਾ ਤੁਹਾਨੂੰ। ਉਹਨੂੰ ਪਤਾ ਵੀ ਮੈਂ ਇਹ ਜੰਗ ਜਿੱਤ ਲੂੰਗਾ। ਪਰ ਮੈਂ ਕਹਿੰਦਾ ਵੀ ਤੁਸੀਂ ਜਿਹੜਾ ਕੁਝ ਕਰ ਰਹੇ ਹੋ ਇਹਨੂੰ ਤੋੜੋ ਨਾ, ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਜਿੱਥੇ ਕਮੀਆਂ ਨੇ ਕੱਢ ਲਓ। ਕੋਈ ਟੈਕਸ ਚਾਹੀਦਾ ਹੈ, ਤੁਸੀਂ ਹੁਣ ਡੀਜ਼ਲ 'ਚ ਚੌਥੇ ਦਿਨ 10 ਰੁਪਏ ਪਾ ਲੈਂਦੇ ਹੋ। ਤੁਹਾਨੂੰ ਲੱਗਦਾ ਵੀ ਉਹਦੇ ਨਾਲ ਤੁਸੀਂ ਤਰੱਕੀ ਕਰ ਲਓਗੇ? ਮਾਰਕੀਟ ਦੇ ਵਿੱਚ ਰੇਟ ਉੱਪਰ ਹਾਈ ਹੋ ਰਹੇ ਨੇ। ਜਿਹੜੇ ਵਿਚਾਰੇ ਰੋਜ਼ ਅੱਜ ਵਿਹਲੇ ਹੋਏ ਬੈਠੇ ਨੇ ਕਰੋਨਾ ਤੋਂ, ਕਰੋਨਾ ਦੇ ਵਿੱਚ ਜਿੰਨੀ ਕਿ ਤੁਸੀਂ ਸੋਚ ਰਹੇ ਹੋ ਨਾ ਕਰੋਨਾ ਦੇ ਨਾਲ ਡਾਊਨ ਆਇਆ, ਇਹ ਇੱਕ ਮਹਾ ਕਰੋਨਾ ਆ ਰਿਹਾ ਜਿਹੜਾ ਅੱਜ ਦਸਤਕ ਦਿੱਤੀ ਹੈ, ਇੱਕ ਮਹਾ ਕਰੋਨਾ ਹੈ। ਇਹਦੇ ਵਿੱਚ ਤਾਂ ਜੇ ਅਸੀਂ ਅੱਜ ਫੇਰ ਫਸਲ ਬੀਜੀ ਬੈਠੇ ਹਾਂ, ਕੱਲ੍ਹ ਨੂੰ ਫੇਰ ਤੁਹਾਨੂੰ ਮਿਲ ਜੂਗੀ। ਜੇਕਰ ਸਾਡੇ ਕੋਲ ਬੀਜਣ ਨੂੰ ਕੋਈ ਪੈਸਾ ਨਹੀਂ ਹੋਊ, ਅਸੀਂ ਬੀਜਾਂਗੇ ਕੀ? ਅਸੀਂ ਕਿੱਥੋਂ ਲੈ ਕੇ ਆਵਾਂਗੇ? ਇੱਕ ਕਿਸਾਨ ਇਹ ਆ ਵੀ 6 ਮਹੀਨੇ ਇੱਕ ਕਰੌਪ ਪਾਲ ਕੇ ਮੰਡੀ 'ਚ ਰੱਖ ਕੇ ਬਿਨਾਂ ਰੇਟ ਤੋਂ, ਇੱਕ ਆੜਤੀ ਦੇ ਜਿਹੜਾ ਉੱਥੇ ਦਾ ਟਰੇਡਰ ਉਹਦੇ ਮੂੰਹ ਵੱਲ ਦੇਖਦਾ ਵੀ ਇਹਦਾ ਕੀ ਰੇਟ ਲਾਊਗਾ। ਜਿਹੜੇ ਉਹ ਬੰਦੇ ਨੇ ਉਹਨਾਂ ਨੇ ਤੋਂ ਨਹੀਂ ਉਹਨਾਂ ਨੇ ਆਪ ਦਾ ਰੇਟ ਤੁਹਾਨੂੰ ਦੱਸਣਾ ਨਹੀਂ, ਆਪਾਂ ਲਾ ਕੇ ਦੱਸਣਾ ਵੀ ਤੈਨੂੰ ਆਹ ਰੇਟ ਮਿਲਣਾ। ਵੀ ਜਿਹੜਾ ਤੁਹਾਡਾ ਹੁਣ ਅੱਜ ਦੀ ਡੇਟ ਦੇ ਵਿੱਚ ਇੱਕ ਬੰਦਾ ਮੈਂ ਮੰਨ ਲਾ ਵੀ 30,000 ਰੁਪਏ ਤਨਖਾਹ ਉਹਦੀ, ਇਹਦੇ ਮਾਡਲ ਦੀ ਉਹ ਗੱਲ ਕਰਦਾ। ਸਾਨੂੰ ਗਰੋਇੰਗ ਦੇ ਉੱਤੇ 50% ਸਬਸਿਡੀਆਂ, ਪੋਲੀਅਸ ਲਾ ਲਓ, ਸੀਡ ਲੈ ਲਓ, ਸਾਰਾ ਕੁਝ ਲੈ ਲਓ। ਮਾਰਕੀਟਿੰਗ 'ਤੇ ਆ ਕੇ ਕਿਉਂ ਨਹੀਂ ਸੈਂਟਰ ਜਾਂ ਸਟੇਟ ਅੱਗੇ ਆਉਂਦੀ? ਵੀ ਜੇਕਰ ਇਹਨੂੰ ਮਾਰਕੀਟ ਸਿਖਾਤੀ ਫਿਰ ਤਾਂ ਇਹ ਬੰਦੇ ਉੱਪਰ ਚਲੇ ਜਾਣਗੇ। ਮਾਰਕੀਟ ਦੇ ਵਿੱਚ ਸਿਰਫ ਵੋਟ ਬੈਂਕ ਦੇ ਲਈ ਹਰ ਪਾਲਿਸੀ ਉਹਨੂੰ ਪੈਰਲਲ ਰੱਖ ਕੇ ਬਣਾਈ ਜਾਂਦੀ ਹੈ ਕਿ ਵੋਟ ਬੈਂਕ ਲਈ ਜਿਹੜਾ ਮੰਡੀਆਂ ਦੇ ਵਿੱਚ ਯਾਰ 11 ਰੁਪਏ ਕਿਲੋ, 11 ਰੁਪਏ 50 ਪੈਸੇ ਮੇਰੀ ਹਰੀ ਮਿਰਚ ਦੇ ਕਾਸਟ ਆਉਂਦੀ ਹੈ, 10 ਰੁਪਏ ਕਿਲੋ ਕਹਿੰਦੇ ਸਾਨੂੰ ਕੰਜ਼ਿਊਮਰ ਨੂੰ ਦਿਓ। ਕਿ ਕਿੰਨਾ ਕੁ ਚਿਰ ਦਊਗਾ ਕਿਸਾਨ? ਤੁਸੀਂ ਇੱਕ ਦਿਨ ਬੈਠ ਕੇ ਸਰਵੇ ਤਾਂ ਕਰ ਲਓ ਵੀ ਜਿਹੜੀ ਚੀਜ਼ ਵਿਕ ਰਹੀ ਹੈ ਉਹ 'ਤੇ ਲੱਗਦਾ ਕੀ ਆ। ਇਹ ਕਿਸਾਨ ਕਿੰਨਾ ਕੁ ਚਿਰ ਘਾਟਾ ਚੱਲੂਗਾ? ਉਹ ਤਾਂ ਪਹਿਲਾਂ ਹੀ ਚੱਲਦਾ ਆ ਰਿਹਾ। ਉਸ ਤੋਂ ਉੱਪਰਲਾ ਜਿਹੜਾ ਹੁਣ ਤੁਸੀਂ ਸਿਸਟਮ ਲੈ ਕੇ ਆ ਰਹੇ ਹੋ, ਇਹਦੇ ਨਾਲ ਤਾਂ ਉਹਦੇ ਕੋਲ ਬੀਜ ਲਈ, ਖਾਦ ਲਈ, ਮੇਰੇ ਹਿਸਾਬ ਨਾਲ ਸਿਸਟਮ ਚਲਾਉਣ ਲਈ ਉਹਦੇ ਕੋਲ ਪੈਸਾ ਹੀ ਨਹੀਂ ਰਹਿਣਾ। ਜੇਕਰ ਇੱਕ ਵਾਰ ਭੁੱਖ ਮਰੀ ਆ ਗਈ ਐਡੇ ਵੱਡੇ ਟੱਬਰ 'ਚ ਨਾ, ਤੁਹਾਨੂੰ ਇਹ ਪੂਰੀ ਹੋਣ ਵਾਲੀ ਨਹੀਂ। ਅੱਜ ਕੱਲ੍ਹ ਜੇ ਮੈਂ ਚਾਈਨਾ ਦੀ ਗੱਲ ਕਰਾਂ, 1 ਘੰਟੇ ਦੀ $1.5 ਤਨਖਾਹ ਹੈ ਉੱਥੇ ਲੇਬਰ ਦੀ। ਜੇ ਤੁਹਾਨੂੰ ਸੋਚੋ ਨਾ ਤੁਹਾਨੂੰ ਫਰੈਸ਼ ਉਹ ਦੇ ਦੇਣਗੇ, ਉਹ ਤਾਂ ਤੁਹਾਤੋਂ ਮੰਗਦੇ ਨੇ। ਤੁਸੀਂ ਸਾਡੇ ਕੋਲੋਂ ਪ੍ਰੋਡਕਸ਼ਨ ਕਰਾ ਕੇ ਆਲੇ ਦੁਆਲੇ ਬਾਹਰ ਭੇਜ ਕੇ ਆਪਣਾ ਸਰਮਾਇਆ ਇਕੱਠਾ ਕਰੋ, ਨਾ ਕਿ ਸਾਨੂੰ ਦਬਾਓ। ਔਰ ਸਾਡੇ ਵੀ ਭਵਿੱਖ ਨੂੰ ਖਰਾਬ ਕਰੋਗੇ। ਜੇ ਸਾਡਾ ਭਵਿੱਖ ਖਰਾਬ ਹੁੰਦਾ ਉਦੋਂ ਪਹਿਲਾਂ ਤੁਹਾਡਾ ਹੋ ਜਾਣਾ। ਮੇਰਾ ਆਖਰੀ ਸਵਾਲ ਆ ਜੋਗਿੰਦਰ ਜੀ ਤੁਹਾਡੇ ਕੋਲੋਂ ਕਿ ਤੁਹਾਡੇ ਘਰ ਦਾ ਫੈਸਲਾ ਜਾਂ ਕਿਸਾਨ ਦੇ ਘਰ ਦਾ ਫੈਸਲਾ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਹੋ ਗਿਆ, ਪ੍ਰਵਾਨ ਹੈ ਜਾਂ ਨਹੀਂ? ਬਿਲਕੁਲ ਨਹੀਂ, ਪ੍ਰਵਾਨ ਹੋ ਹੀ ਨਹੀਂ ਸਕਦਾ ਜੀ। ਦੇਖੋ, ਪਹਿਲੀ ਗੱਲ ਤਾਂ ਜਿਹੜਾ ਇਹ ਨੋਟੀਫਿਕੇਸ਼ਨ ਲਿਆਂਦਾ, ਲਿਆਉਣ ਦੀ ਲੋੜ ਨਹੀਂ ਸੀ। ਦੂਜਾ, ਜੇ ਲਿਆਉਣਾ ਤਾਂ ਸ਼ਰੇਆਮ ਨੰਗਾ ਚਿੱਟਾ ਲਿਆਉਂਦੇ, ਲੋਕਾਂ ਨੂੰ ਭਰੋਸਾ ਹੀ ਲੈਂਦੇ, ਸਾਰੇ ਦੀ ਰਾਏ ਲੈਂਦੇ, ਖਾਸ ਕਰ ਕਿਸਾਨ ਜਥੇਬੰਦੀਆਂ ਦੇ ਵਿੱਚ ਬੁਲਾਉਂਦੇ ਕਿ ਅਸੀਂ ਆਹ ਕਰਨ ਲੱਗਿਆ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ। ਜੇ ਕੋਈ ਚੇਂਜਿਸ ਹੁੰਦੀਆਂ ਹੋ ਜਾਂਦੇ, ਕੋਈ ਗੱਲ ਨਹੀਂ, ਕਰ ਲੈਂਦੇ। ਦੂਜਾ, ਸਭ ਤੋਂ ਵੱਡੀ ਗੱਲ, ਹੁਣ ਇਹ ਠੋਸਣ ਲੱਗੇ ਨੇ। ਇਹ ਹਰ ਰੋਜ਼ ਰੌਲਾ ਪਾਉਂਦੇ ਨੇ ਕਿ ਜੀ MSP ਜਾਰੀ ਰਹੂ, ਜਾਰੀ ਰਹੂ। ਅਸੀਂ ਕਹਿੰਦੇ ਜਾਰੀ ਰਹੂ, ਅਸੀਂ ਕਦੋਂ ਕਹਿੰਦੇ ਜਾਰੀ ਨਹੀਂ ਰਹੂ? ਹਾਂ, ਉਹ ਡਰਾਮਾ ਇਸ ਕਰਕੇ ਅਰਲੀ ਕੀਤਾ ਕਿ ਲੋਕ ਟਿਕ ਜਾਣ, ਪਰ ਲੋਕਾਂ ਨੇ ਟਿਕਣਾ ਨਹੀਂ ਹੈਗਾ। ਦੂਜੀ ਗੱਲ, ਜੇ ਤੁਹਾਡੀ MSP ਜਾਰੀ ਰਹੂਗੀ, ਤੁਸੀਂ ਇੱਕ ਲਾਈਨ ਪਾ ਦਿਓ ਕਿ ਕੋਈ ਬੰਦਾ ਇਸ ਰੇਟ ਤੋਂ ਘੱਟ, MSP ਤੋਂ ਘੱਟ ਪਰਚੇਜ ਨਹੀਂ ਕਰ ਸਕਦਾ। ਉਹ ਕ੍ਰਾਈਮ ਹੋਊਗਾ, ਉਹ 'ਤੇ ਪਰਚਾ ਦਰਜ ਹੋਊਗਾ। ਸਾਸੀ ਸੱਟ ਸਫਾਈਆਂ ਬੜਾ ਇੱਕ ਲਾਈਨ MSP ਦੇਖੋ, ਮੰਡੀ 'ਚ ਸਿਸਟਮ ਹੈ, ਜੇ ਅਸੀਂ ਇੱਕ ਦੂਜੇ ਦੇ ਉੱਪਰ ਦੀ ਬੋਲੀ ਦਿੰਦੇ ਆ ਨਾ, ਘੱਟੋ ਘੱਟ 5 ਰੁਪਏ ਪਾਉਣੇ ਪੈਂਦੇ ਨੇ। ਇਹ ਵੀ ਗੌਰਮੈਂਟ ਸਰਕਾਰੀ ਰੇਟ ਤੇ ਗੌਰਮੈਂਟ ਇਨਸ਼ੋਰ ਕਰੇ ਵੀ ਆ ਜਿਹੜੇ ਵੱਡੇ ਬਾਰ ਨੇ, ਅੰਬਾਨੀ ਅਡਾਨੀ ਆਉਣ ਸਾਡੀ ਮੰਡੀ 'ਚ, ਨੋ ਪ੍ਰੋਬਲਮ, ਮੰਡੀ ਜਾ ਕੇ ਬੋਲੀ ਲਾਉਣ, ਉੱਥੇ ਬੋਲੀ ਲਾਉਣ। ਨਾ MSP ਤੋਂ ਉੱਪਰ ਖਰੀਦਣ ਜੀ, MSP ਤੋਂ ਉੱਪਰ ਖਰੀਦਣਾ। ਹਾਂ, ਬੋਲੀ ਲਾਉਣ ਨਾ, 5 ਰੁਪਏ ਤੋਂ ਪਹਿਲੀ ਬੋਲੀ ਪਵੇ, ਅੱਗੇ ਚੱਲੇ। ਜ਼ਿਮੀਦਾਰ ਦਾ ਫਾਇਦਾ ਉਦੋਂ ਹੋਣਾ। ਇਹ ਨਹੀਂ ਵੀ ਬਾਹਰ ਬੈਠ ਕੇ ਜ਼ਿਮੀਦਾਰ ਨੂੰ ਲੁੱਟੋ। ਅੰਦਰ ਆਓ ਮੈਦਾਨ 'ਚ, ਉੱਥੇ ਦੇਖੋ ਕੀ ਭਾਅ ਹੁੰਦੀ ਹੈ। ਕਿਉਂਕਿ ਇਹ ਆਪਦੇ ਮੈਦਾਨ ਸਾਫ਼ ਕਰਨਾ ਚਾਹੁੰਦੇ ਨੇ, ਕੋਈ ਮੁਕਾਬਲਾ ਰਵੇ ਨਾ। ਅਸਲ ਗੱਲ ਇਹ ਹੈ ਕਿ ਇਹ ਕੰਪੀਟੀਟਰ ਨੂੰ ਮਾਰਨਾ ਚਾਹੁੰਦੇ ਨੇ। ਪਹਿਲਾਂ ਵੱਡੀਆਂ ਕੰਪਨੀਆਂ ਦਾ ਇਹ ਹਮੇਸ਼ਾ ਟ੍ਰੈਂਡ ਰਿਹਾ
ਕਿ ਉਹਨਾਂ ਨੇ ਪਹਿਲਾਂ ਕੰਪੀਟੀਟਰ ਨੂੰ ਮਾਰਨਾ ਹੁੰਦਾ ਹੈ। ਹੁਣ ਦੇਖੋ ਮੰਨ ਲਓ 2000 ਰੁਪਏ ਸਾਡੀ ਫਸਲ ਵਿਕਦੀ ਹੈ ਕੋਈ 8.5% ਸਾਡਾ 170 ਰੁਪਏ ਬਣਦਾ ਹੈ। ਉਹਨੇ 70 ਰੁਪਏ ਦੇ ਕੇ ਲਾਲਚ ਦੇ ਕਿਸਾਨ ਨੂੰ ਬਾਹਰ ਹਟਾਉਣਾ ਚਾਹੁੰਦਾ ਹੈ ਉਹ। ਜਦੋਂ ਅੰਦਰਲੀ ਮੰਡੀ 'ਚ ਮਾਲ ਨਹੀਂ ਜਾਣਾ, ਸਾਡੇ ਜ਼ਿਮੀਂਦਾਰ ਭਰਾ ਨੇ ਜਿਹੜੇ ਉਹ ਲਾਲਚ 'ਚ ਆਉਣਗੇ, ਕੁਦਰਤੀ ਗੱਲ ਹੈ। ਪਰ ਸਾਡਾ ਜਿਹੜਾ ਆੜਤੀ ਭਰਾ ਅੰਦਰ ਵਾਲਾ ਉਹ ਸਾਲ 2 ਸਾਲ ਵਿਚਾਰਾ ਬੈਠੂਗਾ, ਜਦੋਂ ਕੋਈ ਮਾਲ ਨਹੀਂ ਜਾਣਾ ਦੁਕਾਨ ਬੰਦ ਕਰ ਦੂਗਾ। ਉਹ ਤੋਂ ਬਾਅਦ ਫਿਰ ਹੀ ਮੋਨੋਪੋਲੀ ਹੋਊਗੀ ਇਹਨਾਂ ਦੀ, ਫਿਰ ਇਹ ਆਪਣੀ ਮਰਜ਼ੀ ਨਾਲ ਵੱਢਣਗੇ, ਫਿਰ ਇਹ ਬਹਾਨੇ ਬਣਾਉਣਗੇ ਦਾਣਾ ਕਾਲਾ ਜੀ, ਇਹ ਛੋਟਾ ਜੀ, ਇਹ ਸਾਡਾ ਸਟੈਂਡਰਡ ਨਹੀਂ ਪੂਰਾ ਉਤਰਦਾ, ਇਹ ਭਿੱਜਿਆ ਹੋਇਆ ਜੀ। ਉਸ ਆੜ ਦੇ ਵਿੱਚ ਕਿਸਾਨ ਦੀ ਲੁੱਟ ਹੋਣੀ ਆ। ਤੁਸੀਂ ਜੀ ਟੀ ਗਾਰਡਨ ਦੀ ਐਗਜ਼ਾਮਪਲ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਜੀ ਅਸਾਮ 'ਚ ਟੀ ਗਾਰਡਨ ਪਹਿਲਾਂ ਆਮ ਬੰਦਿਆਂ ਦੇ ਸੀ, ਹੁਣ ਵੱਡੀਆਂ ਕੰਪਨੀਆਂ ਦੇ ਨੇ। ਉਹੀ ਚਾਹ ਜਿਹੜੀ 20 ਰੁਪਏ ਕਿਲੋ ਮਿਲਦੀ ਤੁਹਾਨੂੰ 300 ਨੂੰ ਮਿਲਦੀ ਆ। ਸੁਰਖਾਬ ਜੀ, ਜਿਹੜੀ ਗੱਲ ਤੀਜੀ ਹੈ ਨਾ ਆਪਣੀ ਕੰਟੈਕਟ ਫਾਰਮਿੰਗ ਦੀ, ਇਹ ਆਪਾਂ ਵਿਚਾਰਨ ਤੇ ਮੇ ਵੀ ਆਪਾਂ ਉਹ ਤੋਂ ਅਜੇ ਦੂਜੇ ਕੰਮ ਤੇ ਜ਼ਿਆਦਾ ਚੱਲ ਗਏ। ਜਿਹੜੀ ਬੇਸਿਕ ਚੀਜ਼ ਜਿਹੜੀ ਇਹ ਲੈ ਕੇ ਆ ਰਹੇ ਨੇ, ਉਹਨੂੰ ਸਿਸਟਮ ਨੂੰ ਕਿਵੇਂ ਆਪਣਾ ਮੁਤਾਬਕ ਢਾਲ ਰਹੇ ਨੇ। ਕੰਟੈਕਟ ਫਾਰਮਿੰਗ ਪਿਛਲੀ ਕਈ ਵਾਰ ਹੋਈ ਹੈ, ਇਹ ਬੁਰੀ ਤਰ੍ਹਾਂ ਫੇਲ ਹੋਈ ਹੈ। ਉਹਦੇ 'ਚ ਕੀ ਹੈ ਵੀ ਫਾਰਮਰ ਕੰਪਨੀਆਂ ਦੀ ਮਰਜ਼ੀ ਮੁਤਾਬਕ ਕ੍ਰੌਪ ਬੀਜੂਗਾ, ਆਪਣੇ ਮੁਤਾਬਕ ਨਹੀਂ ਬੀਜੂਗਾ। ਕੰਪਨੀਆਂ ਦੀ ਜੋ ਉਹਨੂੰ ਕਿਹਾ ਜਾਊਗਾ ਉਹਦੇ ਮੁਤਾਬਕ ਉਹ ਬੀਜੂਗਾ। ਨੰਬਰ 2, ਉਸ ਤੋਂ ਉਪਰੰਤ ਕੰਪਨੀਆਂ 1 ਸਾਲ ਤੋਂ ਬਾਅਦ ਉਹਦੇ ਤੇ ਕ੍ਰੈਡਿਟ ਲਿਮਟ, ਜਿਵੇਂ ਅਸੀਂ ਹੁਣ ਇੱਕ ਖੇਤੀ ਕਰਦੇ ਹਾਂ, ਸਾਨੂੰ KCC ਦੀ ਲੋੜ ਪੈਂਦੀ ਹੈ, ਉਹ ਤੇ ਕੰਪਨੀ ਕ੍ਰੈਡਿਟ ਲਿਮਟ ਵੀ ਲੈ ਲਊਗੀ। ਕ੍ਰੈਡਿਟ ਲਿਮਟ ਲੈ ਕੇ ਕੰਪਨੀ ਅਗਲੀ ਵਾਰ ਨੂੰ ਐਗਰੀਮੈਂਟ ਤੋੜ ਜਾਂਦੀ ਹੈ, ਉਹਦੀ ਦੇਣਦਾਰੀ ਕਿਸਾਨ ਦਊਗਾ। ਵੀ ਜਿਹੜੀਆਂ ਇਹ ਗੱਲਾਂ ਬਾਤਾਂ ਸਾਨੂੰ ਕੋਈ 19ਵੀਂ ਸਦੀ ਦੇ ਕਿਸਾਨ ਨਾ ਸਮਝਣ, ਅਸੀਂ 20ਵੀਂ ਸਦੀ ਦੇ ਕਿਸਾਨ ਆ, ਸਾਨੂੰ ਵੀ ਜੋੜ ਤੋੜ ਆਉਂਦੇ ਆ ਹੁਣ, ਉਹ ਅੱਗੇ ਵਾਲੀ ਗੱਲ ਨਹੀਂ। ਵੱਡੀ ਗੱਲ ਇਹ ਵੀ ਰਵਿੰਦਰ ਜੀ, ਇੱਥੇ ਇੱਕ ਚੀਜ਼ ਇਹ ਵੀ ਨੋਟ ਕਰਨ ਵਾਲੀ ਹੈ ਵੀ ਜਦੋਂ ਕੰਪਨੀ ਆਊਗੀ ਨਾ, ਉਹਨੇ ਆਪਦੀ ਮਰਜ਼ੀ ਦੀ ਹੀ ਹਰੇਕ ਚੀਜ਼ ਦੇਣੀ ਆ, ਤਾਂ ਉਹਨੇ ਰੇਟ ਵੀ ਫਿਰ ਆਪਦੀ ਮਰਜ਼ੀ ਦਾ ਹੀ ਲਾਉਣਾ ਆ, ਦੇਣ ਵਾਲੇ ਵੀ ਤੇ ਖਰੀਦਣ ਵੇਲੇ ਵੀ। ਉਹ ਰੇਟ ਬੇਸ਼ੱਕ ਤੈਅ ਕਰ ਲਿਆ, ਉਹ ਇੱਕ ਡਿਫਰੈਂਟ ਇਸ਼ੂ ਆ, ਲੇਕਿਨ ਰੌਲਾ ਤਾਂ ਇੱਕ ਉਹਦੀ ਜਿਹੜੀ ਮਾਲਕੀ ਹੈ, ਮੇਰਾ ਮੌਲਿਕ ਅਧਿਕਾਰ ਆ ਮੇਰੀ ਜ਼ਮੀਨ ਤੇ ਮੈਂ ਕੀ ਬੀਜਾਂ। ਇਹ ਮੇਰੇ ਸੰਵਿਧਾਨ 'ਚ ਲਿਖਿਆ ਹੈ। ਸੰਵਿਧਾਨ ਦੇ ਦੋਨੇ ਪੈਰ ਉੱਪਰ ਧਰ ਕੇ ਜਿਹੜੇ ਭੰਗੜਾ ਪਾਉਂਦੇ ਨੇ, ਇਹ ਕੋਈ ਇੱਕੋ ਜਿਹਾ ਨਹੀਂ ਸਮਾਂ ਹੁੰਦਾ। ਬਹੁਤ ਤਾਲੇ ਕੱਢਣੇ। 20 ਸਾਲ ਤੁਸੀਂ ਪਿੱਛੇ ਬੈਠ ਕੇ ਜੇ ਇੱਕ ਵਾਰ ਮੌਕਾ ਮਿਲ ਗਿਆ ਤਾਂ ਇੰਨੇ ਉੱਤੇ ਨੂੰ ਨਾ ਝਾਕੀਏ ਕਿ ਕੱਲ੍ਹ ਨੂੰ ਤੁਸੀਂ ਇੱਥੇ ਵੜਨ ਜੋਗੇ ਨਾ ਰਹੋ। ਬਈ ਇਹਦੇ ਲਈ ਮੈਂ ਇਹੀ ਬੇਨਤੀ ਕਰੂੰਗਾ ਵੀ ਜਿਹੜਾ ਇਹ ਸਿਸਟਮ ਹੈ ਨਾ ਅਗਲਾ ਤੁਸੀਂ ਤਿਆਰ ਕੀਤਾ ਵੀ ਕਿਸਾਨ ਅਸੀਂ ਦੱਸਾਂਗੇ ਕੀ ਬੀਜੂਗਾ, ਉਹਦੇ 'ਚ ਕੀ ਕਰੂਗਾ। ਅੱਜ ਦੀ ਮੈਂ ਗੱਲ ਕਰਦਾ, ਅੱਜ ਕੁਛ ਕੰਟੈਕਟ ਫਾਰਮਿੰਗ ਹੋ ਰਹੀ ਆ ਆਪਣੇ ਵੀ, ਕੁਛ ਫਾਰਮਾਂ ਕਰ ਰਹੀਆਂ ਨੇ। ਉਹ ਕੀ ਆ ਕਿ ਮੰਨ ਲਓ ਮੇਰੀ ਇੱਕ ਬੀਨ ਦਾ 18 ਰੁਪਏ ਰੇਟ ਆ ਜੀ, ਉਹ 1 ਕਿਲੋ ਦੀ ਬੋਰੀ ਲੱਗਦੀ ਆ, ਉਹਨੂੰ 500 ਗ੍ਰਾਮ ਦੀ ਹੁੰਦੀ ਆ ਉਹਨੂੰ ਉਹ ਕੰਪਨੀ ਜਦ ਜੋਖਦੀ ਹੈ, ਉਹਦਾ 1 ਕਿਲੋ ਵਜਨ ਘਟਾ ਲੈਂਦੀ ਆ। ਉਹ ਤੋਂ ਬਾਅਦ ਜਿਹੜਾ ਉਹਦਾ ਪੈਕਿੰਗ ਵਾਲਾ 600 ਗ੍ਰਾਮ ਦਾ ਬੈਗ ਆ, ਉਹ ਵੀ ਰੱਖ ਲੈਂਦੀ ਆ। ਇੱਕ ਕਿਸਾਨ ਦਾ 50-50 ਹਜ਼ਾਰ ਰੁਪਏ ਤਾਂ ਇਹ ਏਕੜ ਖੜੇ ਖਾ ਜਾਂਦੇ ਨੇ। ਜਿਹੜੇ ਕਾਨੂੰਨ ਨੇ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਬੈਠ ਕੇ ਆਹ ਲਿਆਂਦਾ। ਜਦ ਤੁਸੀਂ ਪ੍ਰੈਕਟੀਕਲ ਧਰਤੀ 'ਤੇ ਉਤਰਦੇ ਹੋ ਨਾ, ਮੈਂ ਕਹਿੰਦਾ ਵੀ ਤੁਸੀਂ ਇੱਕ ਵਾਰ 5 ਕਿੱਲੇ ਕਿਸੇ ਮੰਤਰੀ ਨੂੰ ਨਾ 5 ਕਿੱਲੇ ਦੇ ਕੇ ਜ਼ਮੀਨ ਦੇ ਕੇ ਵੀ ਆਪਣੇ ਟੱਬਰ ਪਾਲ ਕੇ ਦਿਖਾ, ਅੱਖਾਂ ਖੁੱਲ੍ਹ ਜਾਣਗੀਆਂ। ਇਹ ਜਿਹੜੀਆਂ ਲੋਕਾਂ ਨੂੰ ਸਲਾਹਾਂ ਦੇਣੀਆਂ, ਪਹਿਲਾਂ ਭਗਤ ਸਿੰਘ ਹੋਵੇ ਜ਼ਰੂਰ, ਹੋਵੇ ਗੁਆਂਢੀਆਂ ਦਾ, ਤੁਸੀਂ ਇੱਕ ਦਿਨ ਬਣ ਕੇ ਤਾਂ ਦੇਖੋ, ਕਿਸਾਨ ਤੱਕ ਬਣ ਕੇ ਦੇਖੋ, ਤੁਹਾਨੂੰ ਪਤਾ ਲੱਗ ਜੂਗਾ। ਸਰਕਾਰ ਨੂੰ ਇੱਕ ਵਾਰੀ ਨਾ ਇਹ ਤੇ ਦੁਬਾਰਾ ਜ਼ਰੂਰ ਰੀਕਨਸੀਡਰ ਡਿਸੀਜਨ ਕਰਨਾ ਚਾਹੀਦਾ। ਕੋਈ ਗੱਲ ਨਹੀਂ, ਸਰਕਾਰਾਂ ਫੈਸਲੇ ਲੈਂਦੀਆਂ ਨੇ, ਨੋ ਪ੍ਰੋਬਲਮ, ਪਰ ਇਹ ਤੇ ਸੋਚਣ ਤਾਂ ਸਹੀ ਵੀ ਜਿਹਦਾ ਅਸੀਂ ਫਾਇਦਾ ਕਰਨੇ ਆ ਉਹਦਾ ਤਾਂ ਨੁਕਸਾਨ ਹੋ ਰਿਹਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਬਿਲਕੁਲ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਕਤ ਦੁਬਾਰਾ ਵਿਚਾਰਿਆ ਜਾਵੇ। ਤੇ ਵੱਡੀ ਗੱਲ ਇਹ ਹੈ ਕਿ ਜੋ ਰੋਸ ਪ੍ਰਗਟ ਕੀਤੇ ਜਾ ਰਹੇ ਕਿਸਾਨਾਂ ਵੱਲੋਂ, ਜੋ ਧਰਨੇ ਲਾਏ ਜਾ ਰਹੇ ਨੇ, ਹੁਣ ਦੇਖਣਾ ਹੈ ਕਿ ਉਹ ਕੀ ਰੂਪ ਰੇਖਾ ਤਿਆਰ ਕਰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ, ਕਿਸ ਤਰੀਕੇ ਦੇ ਨਾਲ ਜਾਂ ਕਿਸ ਦਿਸ਼ਾ ਦੇ ਵਿੱਚ ਅੱਗੇ ਜਾਂਦੇ ਨੇ। ਕਿ ਸਰਕਾਰ ਮਜਬੂਰ ਹੁੰਦੀ ਹੈ ਗੋਡੇ ਟੇਕਣ ਨੂੰ, ਕਿ ਸਰਕਾਰ ਕੋਈ ਸੋਧ ਕਰਦੀ ਹੈ ਜਾਂ ਇਹ ਜੋ ਕਾਨੂੰਨ ਬਣਾ ਰਹੀ ਹੈ ਉਹ ਵਾਪਸ ਲੈਂਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਮੈਂ ਸੁਰਖਾਬ ਆਪਣੇ ਸਹਿਯੋਗੀ ਦਲਵੀਰ ਸਿੰਘ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਸਮਰਾਲਾ।